ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਰਾਮ ਕਲੀ ਮਹਲਾ ਪੰਜਵਾ। ਪੜਤਾਲ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਰ ਨਰਹਿ ਨਮਸਕਾਰੰ ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ਨਰ ਨਰਹਿ ਨਮਸਕਾਰੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮੈਂ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਰਾਮਕਲੀ ਮਹਲਾ ਪੰਜਵਾ। ਰਾਮਕਲੀ ਰਾਗ ਦੇ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਹਦੇ ਵਿੱਚ ਪਾਟਵੇਂ ਤਾਲ ਪੈਣ
यानी एक अंतरा कैर विच, दूजा दादरे च, तीसरा तीन ताल, चौथा दीप चंदी। हरेक अंतरे ते ताल बदले सो ਉਹਨੂੰ ਪੜਤਾਲ ਕਹਿੰਦੇ ਹਨ, ਜਾਂ ਜਿਹਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਸੰਬੰਧੀ ਖੋਜ ਹੋਵੇ ਸੋ ਕਹੀਏ ਪੜਤਾਲ। ਪੜਤਾਲ ਸ਼ਬਦ ਉਚਾਰ ਰਹੇ ਨੇ। ਘਰ ਤੀਜਾ ਇਹ ਛੰਦ ਦਾ ਨਾਮ ਹੈ ਪੜਤਾਲ। ਤੀਜੇ ਸੁਰਤਾਲ ਦੇ ਅੰਦਰ ਉਚਾਰਨ ਕਰ ਰਹੇ ਹਨ। ਓੰਕਾਰ एक अद्वितीय जो ब्रह्म है परमेश्वर है, ओंकार जो सर्वदा प्रकाशक है, ਸਤਿਗੁਰ ਪ੍ਰਸਾਦ जो सतगुरां दी कृपा द्वारा प्राप्त होंदा है। ਨਾਰ ਨਰਹੈ ਨਮਸਕਾਰੰ जो नरां दा नियंता ਪ੍ਰੇਰਕ ਪਰਮੇਸ਼ਰ ਹੈ, या ਜੋ ਨਰ ਪੁਰਖਾਂ ਅਤੇ ਨਰ ਹੈ ਨਾਰੀਆਂ ਦੇ ਵਿੱਚ ਵਿਆਪਕ ਹੈ, ਜਾਂ ਨਰਾਂ ਨਰਾਂ ਦਾ ਨਿਯੰਤਾ ਪ੍ਰੇਰਕ ਹੈ, ਉਸ ਨੂੰ ਨਮਸਕਾਰੰ ਬੰਦਨਾ ਕਰੋ ਭਾਈ। ਜਲਨ ਥਲਨ ਬਸੁਧ ਗਗਨ ਜਲਾਂ ਤਰਲ ਥਾਵਾਂ ਤੇ, ਥਲਨ ਖੁਸ਼ਕ ਥਾਵਾਂ ਤੇ, ਬਸੁਧ ਧਰਤੀ ਅਤੇ ਗਗਨ ਆਕਾਸ਼ ਆਦਿਕ ਸਭ ਥਾਵਾਂ ਦੇ ਵਿੱਚ ਏਕ ਏਕੰਕਾਰੰ ਇੱਕ ਪਰਮੇਸ਼ਰ ਹੀ ਵਿਆਪਕ ਹੈ। ਇਸੇ ਪ੍ਰਕਾਰ ਜਲਨ ਥਲਨ ਬਸੁਧ ਗਗਨ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ ਅਨਗ ਭਾਂਤ ਹੋਏ ਪਸਰਿਆ। ਨਾਨਕ ਏਕ ਓੰਕਾਰ ਜਲ ਦੀ ਨਿਆਈ ਪ੍ਰੇਮੀ ਪੁਰਖਾਂ ਦੇ ਵਿੱਚ, ਥਲ ਦੀ ਤਰ੍ਹਾਂ ਪਦਾਰਥਾਂ ਦੀ ਇੱਛਾ ਵਾਲੇ ਕਨਿਸ਼ਟ ਅਧਿਕਾਰੀ ਪੁਰਖਾਂ ਦੇ ਵਿੱਚ, ਅਤੇ ਅੱਗੇ ਦੱਸਦੇ ਨੇ ਬਸੁਧ ਗਗਨ ਸ੍ਰੇਸ਼ਟ ਬੁੱਧੀ ਵਾਲੇ ਪੁਰਖਾਂ ਦੇ ਹਿਰਦੇ ਵਿੱਚ, ਅਤੇ ਗਗਨ ਚਿਦਾ ਚੇਤਨ ਬ੍ਰਹਮ ਦੇ ਪ੍ਰਕਾਸ਼ ਵਾਲੇ ਪੁਰਖਾਂ ਆਦਿਕ ਸਭਨਾਂ ਦੇ ਵਿੱਚ ਏਕੰਕਾਰੰ ਸ਼੍ਰੀ ਮਿਸ਼ਰ ਪਤੀ ਦੋਰਿਆ ਹੈ। ਸ਼ਾਮ ਦੇ ਕਰ ਫਰਮਾਨ ਕਰਦੇ ਨੇ। ਹਰਨ ਧਰਨ ਪੁਨ ਪੁਨਹ ਕਰਨ ਉਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰਨ ਵਾਲਾ, ਭਾਵ ਸ੍ਰਿਸ਼ਟੀ ਦੀ ਪਰਲੋ ਕਰਨ ਵਾਲਾ ਹੈ, ਅਤੇ ਫਿਰ ਪੈਦਾ ਕਰਕੇ ਸਭਨਾਂ ਦੀ ਅਸਥਿਤੀ ਪਾਲਣਾ ਕਰਨੇ ਵਾਲਾ ਹੈ। ਪੁਨ ਪੁਨਹ ਕਰਨ, फिर पुनः पुनः वार वार पैदा करके पालना करने वाला है। अग्रह निरंकारं उसका अपना घर नहीं है, सारे व्यापक स्वरूप है। ਜਿਹੜੇ ਸਾਡੇ ਘਰ ਉਹਨੇ ਸਾਨੂੰ ਦਿੱਤੇ ਨੇ, ਇਹ ਉਹਦੇ ਆਪਣੇ ਹੀ ਘਰ ਹਨ। ਹਰੇਕ ਘਰਾਂ ਦਾ ਮਾਲਕ ਹੈ, ਇੱਕ ਘਰ ਦਾ ਵਾਸੀ ਨਹੀਂ ਹੈ। ਸਾਰੇ ਵਿਆਪਕ ਹੈ ਤੇ ਉਹਨੂੰ ਭੁੱਖ ਨਹੀਂ ਲੱਗਦੀ। ਆਹਾਰ ਭੋਜਨ ਖਾਣ ਆਦਿਕ ਤੋਂ ਰਹਿਤ ਹੈ। ਇਸੇ ਪ੍ਰਕਾਰ ਅਗਰਹ ਨਿਰੰਕਾਰੰ ਉਸ ਦੇ ਚਿਤ ਜੜ ਗ੍ਰੰਥੀ ਸੰਸੇ ਗ੍ਰੰਥੀ ਆਦਿਕ ਗੰਢਾਂ ਵੀ ਨਹੀਂ ਹਨ, ਜਾਂ ਵਰਨਾ ਆਸ਼ਰਮਾਂ ਦੀਆਂ ਗੰਢਾਂ ਵੀ ਨਹੀਂ ਹਨ, ਅਤੇ ਨਿਰਾਹਾਰੀ ਹੈ, ਭਾਵ ਉਸ ਨੂੰ ਕਿਸੇ ਭੋਜਨ ਦੀ ਲੋੜ ਨਹੀਂ ਹੈ। ਗੰਭੀਰ ਧੀਰ ਨਾਮ ਹੀਰ ਉਹ ਪਰਮੇਸ਼ਰ ਡੂੰਘੇ ਦਿਲ ਵਾਲਾ ਹੈ, ਧੀਰਜਵਾਨ ਹੈ, ਧੀਰਜਤਾ ਦੇਣ ਵਾਲਾ ਹੈ। ਉਸ ਦਾ ਨਾਮ ਹੀਰੇ ਦੀ ਤਰ੍ਹਾਂ ਅਮੋਲਕ ਹੈ, ਜਾਂ ਪ੍ਰਸਿੱਧ ਹੈ, ਹੀਰੇ ਦੀ ਤਰ੍ਹਾਂ ਬੇਕੀਮਤਾ ਹੈ। ਊਚ ਮੂਚ ਅਪਾਰੰ ਉੱਚਿਆਂ ਤੋਂ ਉੱਚਾ ਜਾਂ ਸਭਨਾਂ ਤੋਂ ਉੱਚਾ ਸ੍ਰੇਸ਼ਟ ਹੈ। ਮੂਚ ਵਿਸਤਾਰ ਵਾਲਾ ਹੈ,
ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਇਸੇ ਪ੍ਰਕਾਰ ਊਚ ਮੂਚ ਅਪਾਰੰ। ਉੱਚੇ ਜੋ ਵਿਰਾਟ ਆਦਿਕ ਹਨ ਉਹਨਾਂ ਤੋਂ ਵੀ ਉੱਚਾ ਹੈ। ਜੋ ਹਿਰਨ ਗਰਭ ਆਦਿਕ ਵਿਸਤਾਰ ਵਾਲੇ ਨੇ ਉਹਨਾਂ ਤੋਂ ਵੀ ਵਿਸਤਾਰ ਵਾਲਾ ਹੈ। ਜੋ ਅਭਿਆਕ੍ਰਿਤ ਆਦਿਕ ਪ੍ਰਕਿਰਤੀ ਵਿੱਚ ਹਨ ਉਹਨਾਂ ਤੋਂ ਵੀ ਸ੍ਰੇਸ਼ਟ ਹੈ, ਕਿਉਂਕਿ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਕਰਨ ਕੇਲ ਗੁਣ ਅਮੋਲ। ਜੋ ਅਨੇਕ ਤਰ੍ਹਾਂ ਦੇ ਕੌਤਕ ਖੇਲ ਕਰਨ ਵਾਲਾ ਹੈ ਜਾਂ ਭਗਤੀ ਕਰਨ ਵਾਲੇ ਭਗਤ ਜਨ ਉਸ ਦੀ ਪ੍ਰਾਪਤੀ ਕਰਕੇ ਆਤਮਕ ਆਨੰਦ ਮਾਨਣਾ ਕਰਦੇ ਹਨ, ਜਾਂ ਜਿਸ ਉੱਤੇ ਕਿਰਪਾ ਕਰਦਾ ਹੈ ਉਸ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਨਣਾ ਕਰਦਾ ਹੈ। ਅਤੇ ਗੁਣ ਅਮੋਲ, ਜਿਹਦੇ ਵਿੱਚ ਅਮੋਲਕ ਗੁਣ ਹਨ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਹੋ ਰਹੇ ਲੋਕ ਵਿਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਨਾਨਕ ਬਲਿਹਾਰਨ। ਸੋ ਸਤਿਗੁਰੂ ਮਹਾਰਾਜ ਕਰਤਨ ਕਰਦੇ ਨੇ ਕਿ ਮੈਂ ਉਸ ਪਰਮੇਸ਼ਰ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕੁਰਬਾਨ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਰਾਮ ਕਲੀ ਮਹਲਾ ਪੰਜਵਾ। ਰਾਮ ਕਲੀ ਰਾਗ ਦੇ ਵਿੱਚ ਇਹ ਪੜਤਾਲ ਦੂਸਰਾ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਰੂਪ ਰੰਗ ਸੁਗੰਧ ਭੋਗ। ਰੂਪ ਸੁੰਦਰ ਸਰੂਪ ਤੇ ਸੁੰਦਰ ਰੰਗ, ਸੁਗੰਧਿਤ ਪਦਾਰਥ ਅਤੇ ਭੋਗ, ਜਿੰਨੇ ਵੀ ਪਦਾਰਥਾਂ ਦੇ ਭੋਗ ਹਨ, ਤਿਆਗ ਚਲੇ। ਇਹਨਾਂ ਸਾਰਿਆਂ ਨੂੰ ਛੱਡ ਕੇ ਜੀਵ ਦੁਨੀਆ ਤੋਂ ਕੂਚ ਕਰਕੇ ਤੁਰੇ ਜਾ ਰਹੇ ਹਨ। ਮਾਇਆ ਛਲੇ। ਸੋ ਜਿਹੜੀ ਮਾਇਆ ਹੈ ਇਹਨੂੰ ਛਲ ਰੂਪ ਜਾਣਨਾ ਕਰੋ। ਜਾਂ ਇਹ ਸਾਰੇ ਮਾਇਆ ਦੇ ਛਲ ਹਨ। ਮਾਇਆ ਛਲ। ਤਿਰੰਗੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਕਾਨਕ ਕਾਮਨੀ। ਸੋਹਣੇ ਰੰਗੀ ਇਸਤਰੀ ਸੁੰਦਰ ਸਰੂਪ ਵਾਲੀ, ਜਾਂ ਕਨਕ ਸੋਹਣਾ ਤੇ ਕਾਮਣੀ ਇਸਤਰੀ ਤੇ ਸੁੰਦਰ ਸਰੂਪ ਸੁਗੰਧਿਤ ਪਦਾਰਥ, ਇਹਨਾਂ ਸਭਨਾਂ ਨੂੰ ਛੱਡ ਕੇ ਤੁਰ ਜਾਣਾ ਹੈ। ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਭੰਡਾਰ ਦਰਬ ਅਰਬ ਖਰਬ। ਜਿਨ੍ਹਾਂ ਦੀ ਅਰਬ ਤੇ ਖਰਬਾਂ ਦੀ ਗਿਣਤੀ ਨਾਲ ਧਨ ਦੇ ਖਜ਼ਾਨੇ ਭਰੇ ਹੋਏ ਹਨ। ਦੇਖ ਲੀਲਾ ਮਨ ਸੁਧਾਰੈ। ਉਹਨਾਂ ਦਾ ਮਨ, ਉਹਨਾਂ ਦਾ ਚਿੱਤ ਧਨ ਦੀ ਦੌਲਤ ਦੀ ਲੀਲਾ ਖੇਡ ਵੇਖ ਕੇ ਸਹਿਤ ਆਸਰੇ ਦੇ ਹੁੰਦਾ ਹੈ। ਇੱਕ ਦਾ ਹੁੰਦਾ ਸ਼ਰਾਬ ਦਾ, ਸੁੱਖੇ ਦਾ ਨਸ਼ਾ। ਨਿਹੰਗਾਂ ਕੋਲ ਕੁਝ ਨਹੀਂ, ਇਸ ਲਈ ਸੁੱਖਾ ਪੀ ਕੇ ਉਹ ਆਨੰਦ ਮਾਣਦੇ। ਜਿਹਦੇ ਕੋਲ ਪੈਸਾ ਹੈ, ਪੈਸੇ ਦਾ ਇੱਕ ਅਲੌਕਿਕ ਵੱਖਰਾ ਹੀ ਨਸ਼ਾ ਹੈ। ਸ਼ਰਾਬ ਪੀਣ ਦੀ ਨਹੀਂ ਲੋੜ। ਡੱਬ 'ਚ ਪਿਸਟਲ ਹੋਵੇ, ਬੋਝੀ 'ਚ ਨੋਟਾਂ ਦੀ ਦੱਥੀ ਹੋਵੇ, ਬਿਨਾਂ ਹੀ ਸ਼ਰਾਬ ਤੋਂ, ਬਿਨਾਂ ਹੀ ਚਾਹ ਤੋਂ ਬੰਦਾ ਨੱਚੀ ਜਾਊਗਾ। ਇੰਨਾ ਨਸ਼ਾ ਪੈਸੇ ਦਾ। ਮਤਲਬ ਲੋਕਾਂ ਨੂੰ ਪੈਸੇ ਦਾ ਆਸਰਾ ਹੈ
किसी ही धड़ा किया मित्र सुत नाल भाई। मित्रां दा नशा है, मेरे मित्र बड़े ने, बड़ा खुश रहूगा, मान करूगा कि मेरी पार्टी बनी हुई है, मेरे पुत बड़े हैं, मेरे भरा बड़े ने, मेरिया पंचा सरपंचा ना गांढ साढ़ियां ने, सरकारी दरबारे थानेदार पैरों थले हथ रखता है, MLA नाल बहुत मेरी बनती है। एक वखरा ही नशा है। किसी ही धड़ा किया मित्र सुत नाल भाई, किसी ही धड़ा किया कुड़म सके नाल जवाई। हमारा धड़ा हर रहिया समाई, किसी ही धड़ा किया सिकदार चौधरी नाल अपने सवाई। पिंड दा चौधरी ते थानेदार सिकदार किसी ने ਉਹਦੇ ਨਾਲ पार्टी बनाई हुई है, पर हमारा धड़ा हर रहिया समाई। साडा तां यही धड़ा है, सानू तां संगत दा ही नशा है। जे दर्शन हो गए ते बोलन दा टाइम मिल गया, बाणी दा समय मिल गया, फिर तां चाह दी भी नहीं लोड़, रोटी दी भी नहीं लोड़, कुछ खाण पीण दी नहीं, वही नशा है। दुनिया नूं पैसे दा है, आपदे भरावां दा है, ਧੀਆਂ ਪੁੱਤਰਾਂ ਮਿੱਤਰਾਂ ਦੋਸਤਾਂ ਦਾ, ਪੰਚਾਂ ਸਰਪੰਚਾਂ ਦਾ, ਥਾਣੇਦਾਰ ਵਕੀਲਾਂ ਕੋਰਟ ਕਚਹਿਰੀਆਂ ਜੱਜਾਂ MLA ਆਦਿਕ ਵੱਡੇ ਵੱਡੇ ਬੰਦਿਆਂ ਨਾਲ ਬਹਿ ਕੇ ਚਾਹ ਆਦਿਕ ਪੀਣ ਦਾ ਨਸ਼ਾ ਹੈ। ਨਹਿ ਸੰਗ ਗਾਮਨੀ, ਮਤਲਬ ਪੈਸਾ ਵੇਖ ਕੇ ਇਹ ਬਹੁਤ ਪ੍ਰਸੰਨ ਰਹਿੰਦਾ ਹੈ, उस धन की तरफ जाना करता है। किते पता लग जाए कि धन मिलना है, धन दे नाल अत्यंत प्रीति करता है, उज के 100 वल भन के जाता है। परंतु अखीर दे समय इन्हां धन इन्हां पदार्थात्मक वस्तुओं विचों एक भी जीव दे नाल परलोक वल नूं नहीं चलदी है। कलत्र भरात मीत, पुत्र ते पुत्र दी कलत्र इस्तरी मतलब नौह राणी या आप दी कलत्र इस्तरी, भरात भरा, मीत मित्र आदਿਕ संबंधियों दे मोह दे विच उर्ज परियो, ये फसिया पिया है। जिस तरह मकड़ी आपे ही जाला बुनती है, विच आपे ही फस के मर जाती है। भरम मोहियो, इउं इसनूं भरम ने मूर्छित कीता लिया होया है, मोहित कीता होया है। बिरख छामनी, परंतु ये सारे संबंधी दरख्त की शान की तरह नाशवंत हैं। कुछ ही दिनों के प्राहुणे हैं, समा बदलदिया समा चेंज होंदिया बहुता टाइम नहीं लगता है। चरण कमल शरण, सतगुरु साहब सच्चे पातशाह जी कथन करते ने कि जिन्ना नानक सुख संत भावनी, जिन्ना संत जना ने परमेश्वर के चरण कमलों की ओट लैना की है, उन्हां संतां ते श्रद्धा करके परमेश्वर का नाम जपना करो, फिर आत्मक आनंद की प्राप्ति होगी। या हे भाई, जेकर तू सुख चाहता है तो श्रद्धा दे नाल संतां दी संगत विच मिल के वाहिगुरु दे चरना कमलों की ओट लेना कर। एक ओंकार, एक अद्वितीय ब्रह्म ओंकार सर्वदा प्रकाशक, सतगुर प्रसाद, जो सतगुरां दी कृपा द्वारा प्राप्त होंदा है। राग राम कली महला नावा, रामकली राग के अंदर 9वें ਸਰੂਪ श्री गुरु तेग बहादुर साहब जी महाराज श्री पटना साहब की धरती तो सिख संगतां नूं उपदेश दिंदे होए दो ते पदे, सो तीन तीन पदियां वाले ये पावन शब्द उच्चारण कर रहे हैं। दो जिहड़े शब्द ने
ਉਹ ਪਹਿਲਾਂ ਪੰਜਵੇਂ ਪਾਤਸ਼ਾਹ ਦੇ ਪੜਤਾਲ ਦੇ ਵਿੱਚ ਆਪ ਸਰਵਣ ਕਰ ਚੁੱਕੇ ਹੋ। ਤੇ ਇਹ ਹੁਣ ਤੇ ਪਦੇ ਤਿੰਨ ਪਦੀਆਂ ਵਾਲੇ ਸ਼ਬਦ ਆ ਰਹੇ ਹਨ। ਰੇ ਮਾਨ ਓਟ ਲਿਓ ਹਰ ਨਾਮਾ। हे ਮੇਰੇ ਪਿਆਰੇ ਮਨਾ, ਉਸ ਪਰਮੇਸ਼ਰ ਦੇ ਨਾਮ ਦੀ ਓਟ ਉਹਦੀ ਟੇਕ ਲੈਣਾ ਕਰੋ। ਜਾ ਕੈ ਸਿਮਰਨ ਦੁਰਮਤ ਨਾਸੈ। ਜਿਸ ਪਰਮੇਸ਼ਰ ਦੇ ਭਜਨ ਕਰਕੇ ਤੇਰੀ ਖੋਟੀ ਮਤ ਨਾਸ਼ ਹੋ ਜਾਏਗੀ। ਆਵਹਿ ਪਦ ਨਿਰਬਾਨਾ। ਅਰ ਤੂੰ ਬੰਧਨਾਂ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਕਰ ਲਵੇਂਗਾ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਵੱਡ ਭਾਗੀ ਤੇ ਜਨ ਕਉ ਜਾਣਾਓ। ਇਹ ਭਾਈ ਤਿਸ ਪੁਰਖ ਨੂੰ ਵੱਡੇ ਭਾਗਾਂ ਵਾਲਾ ਜਾਣਨਾ ਕਰੋ। ਜੋ ਹਰ ਕੀ ਗੁਣ ਗਾਵੇ। ਜੋ ਗੁਰਾਂ ਦੁਆਰਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ। ਜਨਮ ਜਨਮ ਕੇ ਪਾਪ ਖੋਏ ਕੈ। ਉਹ ਪੁਰਖ ਆਪਣੇ ਜਨਮਾਂ ਜਨਮਾਂਤਰਾਂ ਦੇ ਪਾਪ ਗੁਨਾਹਾਂ ਨੂੰ ਮੇਟ ਕਰਕੇ ਹੁਣ ਬੈਕੁੰਠ ਸਿਧਾਵੈ। ਪੁਨः ਬੈਕੁੰਠ ਵਿੱਚ ਜਾਂ ਸੱਚਖੰਡ ਦੇ ਵਿੱਚ ਜਾ ਪਹੁੰਚਦਾ ਹੈ। ਅਜਾ ਮਲ ਕਉ ਅੰਤ ਕਾਲ ਮੈਂ। ਅਜਾਮਲ ਪਾਪੀ ਨੂੰ ਅਖੀਰ ਦੇ ਸਮੇਂ ਵਿੱਚ ਪਾਪ ਪ੍ਰਾਣਾਂ ਦੇ ਵਿਯੋਗ ਸਮੇਂ ਨਾਰਾਇਣ ਸੁਧ ਆਈ। ਪਰਮੇਸ਼ਰ ਨੂੰ ਚਿੰਤਨ ਕਰਨ ਦੀ ਗਿਆਤ ਆ ਗਈ ਸੀ, ਜਿਸ ਕਰਕੇ ਉਸ ਦਾ ਪਾਰ ਉਤਾਰਾ ਹੋ ਗਿਆ ਸੀ। ਨਾਗਤ ਕਾ ਜੋਗੀਸ਼ਵਰ ਬਾਛਤ। ਜਿਸ ਮੁਕਤੀ ਨੂੰ ਵੱਡੇ ਵੱਡੇ ਜੋਗੀ ਜਨ ਚਾਹੁੰਦੇ ਸਨ, ਸੋਗਤ ਛਿਨ ਮਹਿ ਪਾਈ। ਉਹ ਕਲਿਆਣ ਅਜਾਮਲ ਨੇ ਇੱਕ ਖਿਣ ਦੇ ਵਿੱਚ ਪ੍ਰਾਪਤ ਕਰ ਲਈ ਸੀ। ਨਾਹਨ ਗੁਣ ਨਾਹਨ ਕਛ ਵਿਦਿਆ। ਨਾ ਤਾਂ ਉਹਦੇ ਵਿੱਚ ਸ਼ੁਭ ਗੁਣ ਸੀਗਾ ਤੇ ਨਾ ਹੀ ਕੁਝ ਵੇਦ ਸ਼ਾਸਤਰ ਦੀ ਵਿਦਿਆ ਪੜ੍ਹਿਆ ਸੀ। ਕੌਣ? ਧਰਮ ਕੌਣ ਗਜ ਕੀਨਾ। ਜਿਹੜਾ ਹਾਥੀ ਸੀਗਾ। ਅਜਾਮਲ ਦੀ ਕਥਾ ਦਾ 2 ਪੰਕਤੀਆਂ ਸਮਾਪਤ ਹੋ ਗਈ। ਉਹਦਾ ਪੰਡਤ ਸੀ, ਵਿਦਵਾਨ ਕਥਾਵਾਚਕ ਸੀਗਾ ਤੇ ਜਾਣਕਾਰ ਸੀਗਾ। ਚਲੋ ਇੱਕ ਵਾਰ ਭੁੱਲ ਗਿਆ, ਪਰ ਬਾਅਦ ਵਿੱਚ ਤਾਂ ਉਹਨੂੰ ਪਤਾ ਹੀ ਸੀ। ਪਰ ਜੇ ਤੁਸੀਂ ਕਹੋ ਕਿ ਨਿਰਾ ਪੜ੍ਹਾਈ ਦੇ ਨਾਲ ਗਿਆਨ ਦੇ ਨਾਲ ਉਤਰਿਆ, ਐਸਾ ਨਹੀਂ। ਆ ਜਿਹੜਾ ਹਾਥੀ ਗਜਿੰਦਰ ਹਾਥੀ ਜੋ ਹਰੀ ਹਰ ਖੇਤਰ ਤੇ ਪਾਣੀ ਪੀਣ ਵਾਸਤੇ ਵੜਿਆ, ਔਰ ਉਹਦੇ ਪੈਰਾਂ ਨੂੰ ਤੰਦੂਏ ਨੇ ਤਾਰਾਂ ਪਾ ਕੇ ਖਿੱਚ ਲਿਆ, ਹੇਠਾਂ ਹੀ ਹੇਠਾਂ ਲਿਜਾਈ ਜਾ ਰਿਹਾ ਸੀ। ਕੇਵਲ ਸੁੰਡ ਤੇ ਅੱਖਾਂ ਬਾਕੀ ਰਹਿ ਗਈਆਂ, ਬਾਕੀ ਸਾਰਾ ਹੀ ਡੁੱਬ ਗਿਆ ਸੀ। ਕੁਝ ਕੋਈ ਗੁਣ ਨਹੀਂ, ਕੋਈ ਉਹਨੇ ਵਿਦਿਆ ਸ਼ਾਸਤਰ ਨਹੀਂ ਪੜ੍ਹਿਆ, ਕੋਈ ਉਹਨੇ ਧਰਮ ਕਿਹੜਾ ਕੀਤਾ ਦੱਸੋ? ਕੋਈ ਨਹੀਂ ਕੀਤਾ ਸੀ। ਧਰਮ ਦਾ ਮਤਲਬ ਕੋਈ ਜਪ, ਕੋਈ ਤਪ, ਕੋਈ ਤੀਰਥ ਇਸ਼ਨਾਨ, ਕੋਈ ਵਰਤ ਆਦਿਕ ਕੁਝ ਵੀ ਉਹਨੇ ਨਹੀਂ ਸੀ ਕੀਤਾ। ਨਾਨਕ ਬਿਰਦ ਰਾਮ ਕਾ ਦੇਖੋ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਇਹ ਰਾਮ ਪਰਮੇਸ਼ਰ ਦਾ ਬਿਰਦ ਧਰਮ ਵੇਖਣਾ ਕਰੋ। ਦਾਨ ਤੇ ਦੀਨਾ। ਜੋ ਤਿਸ ਹਾਥੀ ਨੂੰ ਤੰਦੂਏ ਦੀਆਂ ਤਾਰਾਂ ਕੱਟ ਕੇ ਸੁਦਰਸ਼ਨ ਚੱਕਰ ਚਲਾ ਕੇ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਤੇ ਤੰਦੂਏ ਤੋਂ ਛੁਡਾ ਕੇ ਨਿਰਭੈਤਾ ਦਾ ਦਾਨ ਦਿੱਤਾ। ਰਾਮ ਕਲੀ ਮਹਲਾ ਨਾਵਾ। ਤੁਸੀਂ ਉਸ ਪਰਮੇਸ਼ਰ ਦਾ ਕਿਉਂ ਨਹੀਂ ਭਜਨ ਕਰਦੇ ਭਾਈ? ਰਾਮਕਲੀ ਰਾਗ ਵਿੱਚ ਨਾਮੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਇਹ ਅਗਲਾ ਸ਼ਬਦ ਉਚਾਰ ਰਹੇ ਹਨ। ਸਾਧੂ ਇਹ ਸ੍ਰੇਸ਼ਟ ਜਨੋ, ਗੁਰਦੁਆਰੇ ਵਿੱਚ ਤਾਂ ਸਾਧੂ ਸੰਤਾਂ ਨੂੰ ਉਪਦੇਸ਼ ਦਿੱਤਾ ਜਾਂਦਾ, ਬਾਕੀ ਕੋਈ ਰਾਹ ਖੜੇ ਤੁਰੇ ਜਾਂਦੇ ਨੂੰ ਕਹਿ ਕੇ ਦਿਖਾਓ, ਅਗਲਾ ਸਿਰ ਦੇ ਵਾਲਾਂ ਨੂੰ ਪੈਂਦਾ ਇਹ ਤੂੰ ਕੌਣ ਹੈ ਮੈਨੂੰ ਕਹਿਣ ਵਾਲਾ ਹੋਏ। ਇਸ ਲਈ ਆਪਾਂ ਤਾਂ ਨਹੀਂ ਕਿਸੇ ਨੂੰ ਬੋਲਦੇ।
ਜੋ ਮਰਜ਼ੀ ਆਪਦੇ ਘਰ ਕੋਈ ਰਾਜੀ ਰਹੇ। ਇਹ ਜਿਹੜੀ ਕਥਾ ਹੈ ਗੁਰਦੁਆਰੇ ਹੀ ਕਰੀਦੀ ਹੈ, ਇੱਥੇ ਹੀ ਚੰਗੀ ਲੱਗਦੀ ਹੈ। ਅਗਲਾ ਕਹਿੰਦਾ ਮੈਂ ਤੇਰੇ ਕੋਲੋਂ ਪੈਸੇ ਲੈ ਕੇ ਪੀਣਾ, ਆਪਦੀ ਜੇਬ ਚੋਂ ਪੀਣਾ, ਕਹਿ ਕੇ ਦੇਖੋ, ਬੋਲਣ ਦੀ ਲੋੜ ਹੀ ਨਹੀਂ। ਤੋ ਇਹ ਤਾਂ ਇੱਕ ਗੁਰਬਾਣੀ ਦਾ ਆਨੰਦ ਹੈ। ਇੱਥੇ ਤਾਂ ਸੰਗਤ ਨੂੰ ਹੀ ਉਪਦੇਸ਼ ਹੈ, ਜਿਹੜੇ ਆਪਦੇ ਮਤੇ ਦੇ ਬੰਦੇ ਨੇ। ਆਪਣਿਆਂ ਨੇ ਪਤਾ ਗੁੱਸਾ ਨਹੀਂ ਕਰਨਾ, ਜੋ ਮਰਜ਼ੀ ਬੋਲੀ ਜਾਓ, ਬਗਾਨੇ ਨੂੰ ਕੋਈ ਗੱਲ ਕਹਿ ਕੇ ਦਿਖਾਓ। ਇਸ ਲਈ ਸਤਿਗੁਰੂ ਜੀ ਦਾ ਉਪਦੇਸ਼ ਕੇਵਲ ਸਾਧਾਂ ਨੂੰ ਹੈ, ਜਿੰਨਾ ਮੰਨ ਲੈਣਾ ਹੈ। ਧਾਰਮਿਕ ਬੰਦਿਆਂ ਨੂੰ ਹੈ, ਜਿਹੜੇ ਚਾਹਵਾਨ ਨੇ। ਜਿਹੜੇ ਸੁਣਨਾ ਹੀ ਨਹੀਂ ਚਾਹੁੰਦੇ, ਉਹਨਾਂ ਦੀ ਆਪਦੀ ਮਰਜ਼ੀ ਹੈ। ਜਾਂ ਜਿੰਨੇ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਸਭ ਸਾਧ ਹਨ, ਭਾਵੇਂ ਚੋਰ ਵੀ ਹੈ ਤਾਂ ਵੀ ਸਾਧ ਹੀ ਹੈ। ਇਹ ਸ੍ਰੇਸ਼ਟ ਜਣੋ, ਇਹ ਮਹਾਰਾਜ ਸਾਹਿਬ ਦੀ ਬੋਲੀ ਹੈ। ਜਿਸ ਤਰ੍ਹਾਂ ਆਪਾਂ ਸਰ ਕਹਿੰਦੇ ਆ, ਇਸੇ ਪ੍ਰਕਾਰ ਮਹਾਰਾਜ ਦੀ ਬੋਲੀ ਹੈ। ਭਾਈ ਜਨ, ਭਾਈ ਸ੍ਰੇਸ਼ਟ ਜਨ, ਸੰਤ ਜਨ, ਮਹਾਤਮਾ ਜਨ ਤੇ ਸਾਧੂ, ਇਹ ਸ੍ਰੇਸ਼ਟ ਜਨੋ। ਹੁਣ ਦੱਸੋ ਕਿਹੜੀ ਵਿਧੀ, ਕਿਹੜੀ ਜੁਗਤੀ ਕਰੀਏ? ਕੌਣ ਜੁਗਤ ਅਬ ਕੀਜੈ, ਕਿਹੜੀ ਜੁਗਤੀ, ਕਿਹੜਾ ਜੁਗਾੜ ਲੜਾਈਏ? ਜਾਤੇ ਦੁਰਮਤ ਸਗਲ ਬਿਨਾਸੈ, ਜਿਸ ਵਿਧੀ ਦੇ ਕਰਨ ਤੋਂ ਸਾਰੀ ਖੋਟੀ ਮਤ ਹਿਰਦੇ ਦੀ ਅੰਦਰੋਂ ਨਾਸ਼ ਹੋ ਜਾਵੇ। ਰਾਮ ਭਗਤ ਮਨ ਭੀਜੈ, ਅਤੇ ਰਾਮ ਪਰਮੇਸ਼ਰ ਦੀ ਪ੍ਰੇਮ ਭਗਤੀ ਵਿੱਚ ਸਾਡਾ ਮਨ, ਸਾਡਾ ਚਿੱਤ ਭਿੱਜ ਜਾਵੇ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਮਨ ਮਾਇਆ ਮੈਂ ਉਰਜਰ ਆਇਓ ਹੈ। ਸਾਡਾ ਇਹ ਚੰਚਲਤਾ ਹੀ ਕਰਨ ਵਾਲਾ ਮਨ, ਇਹ ਸਾਡਾ ਚਿੱਤ ਮਾਇਆ ਦੇ ਮੋਹ ਦੇ ਵਿੱਚ ਫਸ ਰਿਹਾ ਹੈ। ਬੂਝੈ ਨਹਿ ਕਛ ਗਿਆਨਾ, ਇਸ ਲਈ ਪ੍ਰੋ ਗਿਆਨ ਅਪਰੋ ਗਿਆਨ ਨੂੰ, ਜਾਂ ਤਵੰਗਪਦੀ ਲਾਖਰਤ ਤੇ ਤਤਪਦੀ ਲਾਖਰਤ ਗਿਆਨ ਨੂੰ ਕੁਝ ਵੀ ਸਮਝਦਾ ਨਹੀਂ ਹੈ। ਕੌਣ ਨਾਮ ਜਗ ਜਾ ਕੈ ਸਿਮਰੈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਹੀ ਪਰਮੇਸ਼ਰ ਦਾ ਨਾਮ ਹੈ। ਕਹਿੰਦੇ ਉਹ ਕਿਹੜਾ ਨਾਮ ਹੈ, ਜਿਸ ਨਾਮ ਦੇ ਚੇਤੇ ਕਰਨੇ ਕਰਕੇ ਇਹ ਜਿਹੜਾ ਜਗ ਜਗਤ, ਇਹ ਜੀਵ ਆਵੈ ਪਦ ਨਿਰਬਾਨਾ, ਬੰਧਨਾਂ ਤੋਂ ਰਹਿਤ ਪਦਵੀ ਨੂੰ ਪਾਉਣਾ ਕਰਦਾ ਹੈ। ਭਏ ਦਇਆਲ ਕਿਰਪਾਲ ਸੰਤ ਜਨ, ਜਦ ਕਿਰਪਾ ਦੇ ਘਰ ਮਹਾਤਮਾ ਜਨ ਦਿਆਲੂ ਹੋਏ। ਤਬ ਇਹ ਬਾਤ ਬਤਾਈ, ਤਦੋਂ ਇਹ ਗੱਲ ਉਹਨਾਂ ਨੇ ਸਾਨੂੰ ਦੱਸਣਾ ਕੀਤੀ। ਸਰਬ ਧਰਮ ਮਾਨੋ ਤੇ ਕੀਏ, ਕੀ ਦੱਸੇਗਾ ਕਿ ਜਿਸ ਨੇ ਪ੍ਰਭੂ ਪਰਮਾਤਮਾ ਦੀ ਇਹ ਪ੍ਰਭ ਕੀਰਤ ਗਾਈ, ਪਰਮੇਸ਼ਰ ਦੀ ਕੀਰਤੀ, ਕੀਰਤਨ, ਮਹਿਮਾ, ਕਥਾ ਕੀਰਤਨ, ਗੁਰਬਾਣੀ ਦਾ ਪਾਠ ਵੀ ਕੀਰਤੀ ਹੈ। ਇਕਾਗਰ ਚਿੱਤ ਹੋ ਕੇ ਗਾਉਣਾ ਕੀਤੀ ਹੈ। ਮੰਨਾ ਕਰੋ ਕਿ ਤਿਸ ਪੁਰਸ਼ ਨੇ ਸਾਰੇ ਧਰਮ ਕਰ ਲਏ, ਸਾਰੇ ਪੁੰਨ, ਸਾਰੇ ਜਪ ਤਪ ਕਰ ਲਏ। ਕਿਉਂਕਿ ਪੁੰਨ ਦਾਨ ਜਪ ਤਪ ਜੇਤੇ, ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਰਾਮ ਨਾਮ ਨਾਰ ਨਿਸਬਾ ਸੁਰਮੈ, ਸੋ ਜਿਹੜਾ ਨਰ ਪੁਰਖ ਦਿਨ ਅਤੇ ਰਾਤ ਇੱਕ ਨਿਮਖ ਏਕ ਉਰ ਧਾਰੈ, ਇੱਕ ਛਿਨ ਮਾਤਰ ਵੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਧਾਰਨ ਕਰ ਲਵੇ। ਜਮ ਕੋ ਤਰਾਸ ਮਿਟੈ ਨਾਨਕ ਦੇਹ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਉਸ ਦੇ ਅੰਦਰੋਂ ਯਮਦੂਤਾਂ ਦਾ ਡਰ ਦੂਰ ਹੋ ਜਾਂਦਾ, ਮਿਟ ਜਾਂਦਾ। ਆਪਨੋ ਜਨਮ ਸਵਾਰੈ, ਹਰ ਆਪਦਾ ਮਨੁੱਖਾ ਜਨਮ ਸੰਵਾਰ ਲੈਂਦਾ ਹੈ। ਰਾਮ ਕਲੀ ਮਹਲਾ ਨਾਵਾ, ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਮ ਕਲੀ ਰਾਗ ਵਿੱਚ
ਇਹ ਪਾਵਨ ਅਗਲਾ ਸ਼ਬਦ ਉਚਾਰ ਰਹੇ ਹਨ। ਪ੍ਰਾਨੀ ਇਹ ਪ੍ਰਾਣਾਧਾਰੀ ਜੀਵ, ਇੱਥੇ ਸਿੱਖ ਨਹੀਂ ਆਖਿਆ, ਹਿੰਦੂ ਨਹੀਂ ਆਖਿਆ, ਮੁਸਲਮਾਨ ਨਹੀਂ ਆਖਿਆ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਪਦੇਸ਼ ਦਿੱਤਾ। ਕੋਈ ਵੀ ਹੈ, ਇਹ ਪ੍ਰਾਣਾਧਾਰੀ ਜੀਵ ਨਾਰਾਇਣ ਸੋਦਲੇ, ਜਿਸ ਵਿੱਚ ਅਵਿਦਿਆ ਰੂਪ ਰਾਤ ਨਹੀਂ ਹੈ, ਜਾਂ ਜਿਸ ਪਰਮੇਸ਼ਰ ਦਾ ਨਾਰ ਆਇਨ ਨਰਾਂ ਨਰਾਂ ਵਿੱਚ ਆਇਨ ਘਰ ਹੈ, ਜਿਸ ਵਿੱਚ ਨਾ ਅਰ ਆਇਨ ਕਾਮ ਕ੍ਰੋਧ ਰੂਪ ਦੁਸ਼ਮਣਾਂ ਦਾ ਘਰ ਨਹੀਂ ਹੈ, ਜਾਂ ਨਾਰ ਆਇਨ ਨਾਰ ਨਾਮ ਹੈ ਪਾਣੀ ਦਾ, ਜੋ ਪਾਣੀ ਵਿੱਚ ਵੀ ਆਇਆ ਹੋਇਆ। ਸੋ हे ਪ੍ਰਾਣਾਧਾਰੀ ਜੀ, ਉਸ ਨਾਰਾਇਣ ਹੈ ਪਰਮੇਸ਼ਰ ਦੇ ਸਿਮਰਨ ਕਰਨ ਦੀ ਗੁਰਾਂ ਤੋਂ ਖਬਰ ਲੈਣਾ ਕਰ, ਭਾਵ ਗੁਰਾਂ ਤੋਂ ਸੋਝੀ ਲੈ, ਉਹਦੀ ਪ੍ਰਾਪਤੀ ਦੀ ਗੁਰਾਂ ਤੋਂ ਗਿਆਤ ਲੈਣਾ ਕਰ। ਗਿਆਨ ਅੰਜਨ ਗੁਰ ਦੀਆ, ਜੋ ਗੁਰੂ ਸਾਹਿਬ ਗਿਆਨ ਦਾ ਸੁਰਮਾ ਮਨ ਬੁੱਧ ਰੂਪ ਨੇਤਰਾਂ 'ਚ ਪਾ ਕੇ ਤੇ ਅਗਿਆਨ ਅੰਧੇਰ ਵਿਨਾਸ਼, ਅਗਿਆਨ ਦਾ ਹਨੇਰਾ ਦੂਰ ਕਰਨ ਨੂੰ ਸਮਰੱਥ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਛਿਨ ਛਿਨ ਆਉਦ ਕਟੈ ਨਿਸਬਾਸੁਰ, ਇਹ ਜੀ ਰਾਤ ਦਿਨ ਦੇ ਹਿਸਾਬ ਨਾਲ, ਇਹ ਰਾਤ ਦਿਨ ਰੂਪੀ ਗਜਾਂ ਦੇ ਨਾਲ ਮਿਲਦੀਆਂ, ਖਿਨ ਖਿਨ ਕਾਲ ਵਿੱਚ ਤੇਰੀ ਉਮਰ ਘਟਦੀ ਜਾਂਦੀ ਹੈ। ਜਿਹੜਾ ਚਿਹਰਾ ਹੈ, ਜਿਵੇਂ ਜਿਵੇਂ ਮੂਲੀ ਸੁੱਕਦੀ ਜਾਏ ਤਿਵੇਂ ਤਿਵੇਂ ਹੋਰੀ ਤਰ੍ਹਾਂ ਦੀ ਹੁੰਦੀ ਜਾਂਦੀ ਹੈ, ਕਿਉਂ ਚਿਹਰੇ ਦੀ ਰੌਣਕ ਦਿਨ ਬ ਦਿਨ ਖਤਮ ਹੋ ਰਹੀ ਹੋ, ਝੁਰੜੀਆਂ ਜੀਆਂ ਪੈ ਰਹੀਆਂ ਨੇ। ਤੇਰਾ ਸਰੀਰ ਇਹੋ ਸਰੀਰ ਜਰਜਰੀ ਹੈ, ਜਰਜਰੀ ਹੋ ਰਹੀ ਹੈ, ਬੁਢੇਪੇ ਦੀ ਗਰਸੀ ਜਾ ਰਹੀ ਹੈ। ਬ੍ਰਿਥਾ ਜਾਤ ਹੈ ਦੇਹ, ਉਮਰ ਤੇਰੀ ਘਟਦੀ ਜਾ ਰਹੀ ਹੈ। ਤੇਰਾ ਮਨੁੱਖ ਜਿਹੜਾ ਸਰੀਰ ਹੈ, ਪ੍ਰਭੂ ਸਿਮਰਨ ਤੋਂ ਬਗੈਰ ਵਿਅਰਥ ਜਾ ਰਹੀ ਹੈ, ਜਾਂ ਜੰਮਣ ਮਰਨ ਦੀ ਪੀੜਾ ਦੇਣ ਵਾਲੀ ਦੇਹ ਗੁਜ਼ਰਦੀ ਜਾ ਰਹੀ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਹਨ। ਤਰਨਾ ਆਪੋ ਵਿਖਿਆ ਨ ਸਿਉ ਖੋਇਓ, ਇਹ ਜੀਵ ਤੂੰ ਜਵਾਨੀ ਬੁਣਾ ਵਿਸ਼ਿਆਂ ਦੀ ਨਾਲ ਲਾ ਕੇ ਗਵਾ ਲਿਆ, ਖੋ ਲਿਆ। ਬਾਲਪਨ ਅਗਿਆਨਾ, ਅਤੇ 13-14 ਸਾਲ ਤੱਕ ਦੀ ਬਾਲਕਪੁਣੀ ਦੀ ਉਮਰ ਅਗਿਆਨਤਾਈ ਵਿੱਚ ਗਵਾ ਲੈਣਾ ਕੀਤੀ। ਬਿਰਧ ਪਾਇਓ ਅਜਹੂ ਨਹੀਂ ਸਮਝੈ, ਹੁਣ ਸਰੀਰ ਤੇਰਾ ਬੁੱਢਾ ਹੋ ਗਿਆ, ਮੈਂ ਹੈਰਾਨ ਹਾਂ ਤੇਰੇ ਤੇ ਕਿ ਅਜੇ ਵੀ ਤੂੰ ਸਮਝਦਾ ਨਹੀਂ ਹੈ। ਮਤਲਬ ਨਾ ਤਾਂ ਸ਼ਰਾਬ ਛੱਡੀ, ਨਾ ਮੀਟ ਮੁਰਗਾ ਛੱਡਿਆ, ਨਾ ਤਾਸ਼ ਖੇਡਣੀ ਛੱਡੀ, ਮੁੰਡਿਆਂ ਖੁੰਡਿਆਂ 'ਚ ਬਹਿ ਕੇ ਹਿੜ ਹਿੜ ਹੜ ਹੜ। ਹੁਣ ਉਮਰ ਵੀ ਵੇਖਣੀ ਚਾਹੀਦੀ ਬੰਦੇ ਨੂੰ, ਆਪਦਾ ਮੂੰਹ ਸ਼ੀਸ਼ੇ ਵਿੱਚ ਕਿ ਮੇਰੀ ਉਮਰ ਕਿੰਨੀ ਹੋ ਗਈ ਤੇ ਕਰ ਮੈਂ ਕੀ ਰਿਹਾ। ਉਹ ਮਾੜਾ ਮੋਟਾ ਆਪਦੀ ਆਤਮਾ ਦਾ ਭਲਾ ਵੀ ਕਰਨਾ ਚਾਹੀਦਾ। ਐਵੇਂ ਸਾਰੀ ਦਿਹਾੜੀ ਟੀਵੀ ਅੱਗੇ ਬੈਠੇ ਰਹੋ ਨਿਆਣਿਆਂ ਦੇ ਨਾਲ, ਉਹ ਤਾਂ ਭਲਾ ਬੱਚੇ ਨੇ, ਉਹਨਾਂ ਦੀ ਉਮਰ ਹੈ। ਹੁਣ ਸਾਡੀ ਤਾਂ ਲੰਘ ਗਈ, ਸਾਨੂੰ ਕੋਈ ਆਪਦਾ ਜੁਗਾੜ ਕੋਈ ਕਰਨਾ ਚਾਹੀਦਾ, ਕੋਈ ਮਾਲਾ ਲੈਣੀ ਚਾਹੀਦੀ ਗੁਰੂ ਘਰ, ਕੋਈ ਗੁਟਕਾ ਸਾਹਿਬ ਲੈਣਾ ਚਾਹੀਦਾ, ਕੋਈ ਆਪਦਾ ਕੋਠੇ ਤੇ ਚੜ੍ਹ ਕੇ ਉਹ ਰੱਬ ਦਾ ਭਜਨ ਕਰਨਾ ਚਾਹੀਦਾ ਹੈ। ਗੁਰੂ ਘਰ ਦਾ ਕੋਈ ਨਿਯਮ ਬਣਾਓ, ਕੋਈ ਸੇਵਾ ਦਾ, ਕਿਸੇ ਵੀ ਤਰੀਕੇ ਨਾਲ ਨਿਤਨੇਮ ਦਾ। ਤੇ ਹੁਣ ਬੜਾ ਕੁਛ ਵੇਖ ਲਿਆ ਹੈ। ਜੇ ਬੁੱਢੇ ਹੋਏ ਤੋਂ ਵੀ ਨਹੀਂ ਸਮਝਿਆ ਤਾਂ ਦੱਸੋ ਫਿਰ ਕਦ ਸਮਝੇਗਾ। ਬਿਰਧ ਪਾਇਓ ਅਜਹੂ ਨਹੀਂ ਸਮਝੈ, ਉਸੇ ਤਰ੍ਹਾਂ ਦੀਆਂ ਗੱਲਾਂ ਮਖੌਲਬਾਜ਼ੀ ਵਾਲੀਆਂ ਸੁਣ ਕੇ ਸਗੋਂ ਸੰਗ ਆਉਂਦੀ ਹੈ ਕਿ ਇਹਦੀ ਉਮਰ ਕੀ ਹੈ ਤੇ ਬੋਲ ਕੀ ਰਿਹਾ। ਤੋ ਸਰੀਰ ਤੇਰਾ ਬੁੱਢਾ ਹੋ ਗਿਆ ਹੈ ਭਾਈ, ਤੂੰ ਸਮਝਦਾ ਅਜੇ ਵੀ ਨਹੀਂ ਹੈ। ਕੌਣ ਕੋ ਮਾਤੇ ਉਰਜਾਨਾ, ਛੋਟੀ ਮੱਤ ਕਿਹੜੀ ਹੈ? ਆਓ ਵੇਖੋ ਜਾ ਰਿਹਾ, ਉਹਨੇ ਕੱਪੜੇ ਵੇਖ ਕਿਸ ਤਰ੍ਹਾਂ ਦੇ ਪਾਏ, ਉਹ ਕਿੱਧਰੋਂ ਆਇਆ, ਉਹ ਐਂ ਕਿਉਂ ਕਰ ਰਿਹਾ, ਆਉਂ ਕਿਉਂ ਕਰ ਰਿਹਾ। ਤੁਹਾਨੂੰ ਕੀ
ਤੋ ਇਸ ਵਾਸਤੇ ਰਾਹ ਦੇ ਵਿੱਚ ਬੈਠੇ ਬਸ ਇਹੀ ਕੁਝ ਵੇਖਦੇ ਰਹਿਣਾ। ਆਪਦੀ ਉਮਰ ਤਾਂ ਲੰਘ ਗਈ, ਦੂਜਿਆਂ ਨੂੰ ਖੋਟੀਆਂ ਮੱਤਾਂ ਦੇਣੀਆਂ, ਤਰਕਬਾਜ਼ੀ ਕਰਨੀ, ਇਉਂ ਖੋਟੀ ਮੱਤ ਵਿੱਚ ਉਲਝ ਰਿਹਾ, ਫਸ ਰਿਹਾ ਹੈ। ਰਾਹ 'ਚ ਬਹਿਣ ਦਾ ਮਤਲਬ ਹੀ ਕੋਈ ਨਹੀਂ, ਗੇਟ ਤੇ ਰਸਤੇ 'ਚ ਕਿਸੇ ਵੱਲ ਵੇਖਣ ਦਾ। ਸੋ ਇਹ ਇੰਡੀਅਨ ਬੰਦੇ ਸਾਡੀ ਆਪ ਦੀ ਕਮਜ਼ੋਰੀ ਹੈ। ਤੋ ਬਾਹਰਲੀਆਂ ਕੰਟਰੀਆਂ 'ਚ ਮੈਂ ਗੁਣ ਵੇਖਿਆ, ਜੋ ਮਰਜ਼ੀ ਪਿਆ ਹੋਵੇ ਉਹ ਨਹੀਂ ਕਿਸੇ ਵੱਲ ਵੇਖਦੇ, ਸਾਡਾ ਧਿਆਨ ਹੀ ਦੂਸਰਿਆਂ ਵੱਲ ਹੈ। ਹੈਰਾਨੀ ਦੀ ਗੱਲ ਹੈ, ਇਹੀ ਖੋਟੀ ਮੱਤ ਹੈ ਜਿਸ ਤੱਕ ਮੈਂ ਸਮਝਿਆ, ਆਈ ਵੀਕਨੈਸ ਹੈ। ਤੋ ਇਸ ਲਈ ਇਹਦੇ 'ਚ ਕਿਉਂ ਤੂੰ ਉਲਝ ਰਿਹਾ, ਫਸ ਰਿਹਾ ਹੈ। ਮਾਨਸ ਜਨਮ ਦਿਓ ਜੇ ਠਾਕੁਰ, ਹੁੱਕਾ ਪੀਣਾ, ਬੀੜੀ ਪੀਣੀ ਨਹੀਂ ਛੱਡੀ, ਹੁੱਕਾ ਹਜਾਮਤ ਕਰਾਉਣੀ ਨਹੀਂ ਛੱਡੀ, ਕੇਸ ਕਾਲੇ ਕਰਨੇ ਨਹੀਂ ਛੱਡੇ। ਵੀ ਹੁਣ ਨਿਆਣੇ ਵਿਆਹੇ ਗਏ, ਹੁਣ ਤਾਂ ਸਮਝ ਜਾਓ ਆਖਰ ਤਾਂ ਚੱਟੇ ਹੋਣੇ ਹੀ ਨੇ। ਤੋ ਚਿਹਰੇ ਨੂੰ ਆਪਾਂ ਕਿਵੇਂ ਸਵਾਰ ਸਕਦੇ ਹਾਂ, ਉਹ ਤਾਂ ਚੁਰੜੀਆਂ ਪੈ ਹੀ ਜਾਣਗੀਆਂ। ਹੁੱਕਾ ਇਹ ਬਜਰ ਕੁਰੈਤ ਹੈ, ਹਜਾਮਤ ਬਜਰ ਕੁਰੈਤ ਹੈ। ਹਲਾਲੋ ਕਿਸੇ ਕਿਸਮ ਦਾ ਮਾਸ ਖਾਣਾ ਕੁਰੈਤ ਹੈ, ਹਰਾਮ ਇਹ ਤਿਆਦਕ ਹੈ। ਇਹ ਜਿਹੜੀਆਂ ਅਵੈਧਤਾਈਆਂ ਨੇ ਖੋਟੀ ਮੱਤ ਹੈ, ਚਾਰ ਬਜਰ ਕੁਰੈਤਾਂ, ਇਹਦੇ 'ਚ ਤੂੰ ਫਸ ਰਿਹਾ ਹੈ। ਜਿਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਬੰਦਾ ਬਣਾਇਆ ਹੈ, ਤੂੰ ਬੰਦਿਆਂ ਵਾਲੇ ਕੰਮ ਕਿਉਂ ਨਹੀਂ ਕਰਦਾ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈ ਹੈ। ਜੇ ਕੋਈ ਆਪਦੇ ਕੇਸਾਂ ਨੂੰ ਕਾਲੇ ਕਰਕੇ ਬੁਢੇਪੇ ਨੂੰ ਪਰੇ ਹਟਾਉਣਾ ਚਾਹੇ, ਭਾਵ ਬੁਢੇਪੇ ਤੋਂ ਬਚਣਾ ਚਾਹੇ, ਵੀ ਮੈਂ ਦਾੜੀ ਕਾਲੀ ਜਾਂ ਸਿਰ ਕਾਲਾ ਕਰਕੇ ਤੇ ਮੈਂ ਸ਼ਾਇਦ ਜਵਾਨ ਹੋ ਜਾਊਂਗਾ, ਕਿਸੇ ਦੇ ਵੀ ਮੂੰਹ ਤੋਂ ਉਹਦੀ ਉਮਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਈ ਮੇਰੇ ਵਰਗੇ ਕੋਈ ਪੁੱਛੂਗਾ ਨਾ ਕਿੰਨੀ ਉਮਰ ਹੈ, ਤੁਸੀਂ ਮੈਨੂੰ ਪੁੱਛੋ, ਮੈਂ ਕਹੂੰਗਾ ਮੈਂ 25 ਸਾਲ ਦਾ। ਦੱਸੋ ਕਿੱਡਾ ਝੂਠ ਹੈ। ਲੋਕਾਂ ਦੀ ਅੱਖਾਂ ਨਹੀਂ, ਉਹਨਾਂ ਦਾ ਧਿਆਨ ਨਹੀਂ, ਉਹ ਤੁਹਾਨੂੰ ਵਾਚ ਨਹੀਂ ਕਰਦੇ। ਸਭ ਕੁਝ ਦਿਖਦਾ ਹੈ। ਸਾਰੀ ਉਮਰ 25 ਸਾਲ ਹੀ ਥੋੜ੍ਹਾ ਰਹਿਣਾ, ਬਦਲਣਾ ਵੀ ਚਾਹੀਦਾ। ਤੋ ਇੰਝ ਦਾੜੀ ਕਾਲੀ ਕਰਕੇ, ਮੂੰਹ ਕਾਲਾ ਕਰਕੇ ਨਹੀਂ ਕੋਈ ਬੰਦਾ ਜਵਾਨ ਬਣ ਸਕਦਾ। ਜੇ ਜਰਵਾਣਾ ਜਰ ਹੈ ਪਰ ਹਰੇ ਜਰ ਵੇਸ ਕਰਿੰਦੀ ਆਈ ਹੈ। ਬੁਢੇਪੇ ਤੋਂ ਬਚਣਾ ਜੇ ਬਚ ਨਹੀਂ ਜਾ ਸਕਦਾ। ਇਹ ਉਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਈ। ਇਹ ਜਦਰ ਫਜ਼ੂਲ ਹੈ, ਬੁਢੇਪਾ ਵੇਸ ਧਾਰ ਕੇ ਆਈ ਜਾਂਦਾ। ਕੋ ਰਹੀ ਨਾ ਰਹਿ ਨਾ ਭਰੀ ਹੈ ਭਾਈ। ਇਉਂ ਚਾਰ ਬਜਰ ਕੁਰੈਤਾਂ ਤੋਂ ਤੇ ਜੋ ਵੀ ਮਰਜ਼ਾਦਾ ਤੋਂ ਉਲਟ ਹੈ, ਇਹ ਖੋਟੀ ਮੱਤ ਹੈ। ਇਹਦੇ 'ਚ ਜੀ ਫਸ ਰਿਹਾ ਹੈ। ਜਿਸ ਵਾਹਿਗੁਰੂ ਨੇ ਇਹਨੂੰ ਬੰਦਾ ਬਣਾਇਆ, ਬੰਦਿਆਂ ਵਾਲੇ ਕੰਮ ਨਹੀਂ ਕਰ ਰਿਹਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪ੍ਰਚਾਰਾ ਕਰੇ ਦਿਨ ਰਾਤ। ਇਹ ਮਨੁੱਖਾ ਜਨਮ ਜਿਹਨੇ ਦਿੱਤਾ ਹੋਇਆ ਹੈ, ਕਿਉਂ ਬਿਸਰਾਇਓ। ਇਹ ਤੁਹਾਡੀ ਬੋਲੀ ਹੈ। ਲੁਧਿਆਣੇ ਦੇ ਇੱਧਰਲੇ ਪਾਸੇ ਤੈਂ ਕਹਿੰਦੇ ਨੇ, ਅਸੀਂ ਤੂੰ ਕਹਿੰਦੇ ਹਾਂ। ਉਹ ਪਰਮੇਸ਼ਰ ਤੈਂ ਕਿਉਂ ਭੁਲਾਇਆ ਹੋਇਆ ਗੁਰਮੁਖਾ। ਮੁਕਤ ਹੋਤ ਨਰ ਜਾ ਕੈ ਸਿਮਰੈ। ਜਿਸ ਪਰਮੇਸ਼ਰ ਦੇ ਸਿਮਰਿਆ ਪੁਰਖ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਨਿਮਕ ਦਾਤਾ ਕੋ ਗਾਇਓ। ਉਸ ਪਰਮੇਸ਼ਰ ਦਾ ਜਸ ਤੂੰ ਇੱਕ ਛਿਣ ਮਾਤਰ ਵੀ ਕਿਉਂ ਨਹੀਂ ਗਾਉਣਾ ਕੀਤਾ। ਮਾਇਆ ਕੋ ਮਾਤ ਕਹਾਂ ਕਰਤ ਹੈ। ਇਹ ਜੀ ਤੂੰ ਮਾਇਆ ਦਾ ਹੰਕਾਰ ਭਲਾ ਕੀ ਕਰਦਾ ਪਿਆ ਹੈ। ਸੰਗ ਨਾ ਕਾਹੂ ਜਾਈ। ਇਹ ਮਾਇਆ ਤਾਂ ਅੰਤ ਵੇਲੇ ਕਿਸੇ ਦੇ ਨਾਲ ਨਹੀਂ ਜਾਂਦੀ, ਤੇਰੇ ਨਾਲ ਚਲੀ ਜਾਏਗੀ, ਬਿਲਕੁਲ ਨਹੀਂ। ਨਾਨਕ ਕਹਿਤ ਚੇਤ ਚਿੰਤਾ ਮਨ। ਸਤਿਗੁਰੂ ਮਹਾਰਾਜ ਜੀ ਇਹ ਸਾਡੇ ਨਾਲ ਬਚਨ ਕਰ ਰਹੇ ਨੇ ਕਿ ਚਿੰਤਾ ਮਨ ਦੀ ਚਿਤਵਨੀ ਨੂੰ ਪੂਰੀ ਕਰਨ ਵਾਲੀ ਮਣੀ ਦੀ ਤਰ੍ਹਾਂ ਮਨ ਵਿੱਚ ਫਲ ਦੇਣ ਵਾਲੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ, ਯਾਦ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਣ ਛਿਣ ਆਉਂਦ ਬੇਹਾਥ ਹੈ, ਫੂਟੇ ਘਟ ਜਿਉ ਪਾਣੀ। ਜੇ ਤੇਰੇ ਚੇਤਨਾ ਬੁੱਧੀ ਹੈ ਤਾਂ ਤੂੰ ਯਾਦ ਕਰ ਲੈ। ਜੇ ਤੈਨੂੰ ਉਹ ਦਿਨ ਚੇਤੇ ਨੇ ਮਾਂ ਦੇ ਗਰਭ ਦੇ ਪੁੱਠੇ ਲਟਕਣ ਵਾਲੇ, ਜਦ ਤੂੰ ਅਰਦਾਸਾ ਕਰਦਾ ਸੀ ਕਿ ਮੈਨੂੰ ਜਨਮ ਦਿਓ,
ਤੇ ਫਿਰ ਰੱਬ ਨੂੰ ਤੂੰ ਚੇਤੇ ਕਿਉਂ ਨਹੀਂ ਕਰਦਾ ਹੈ? ਹੋਏ ਹੈ ਅੰਤ ਸਹਾਈ, ਜੋ ਅੰਤ ਅਖੀਰ ਦੇ ਸਮੇਂ ਤੇਰਾ ਸਹਾਇਕ ਹੋਵੇਗਾ। ਰਾਮ ਕਲੀ ਮਹਲਾ ਪਹਿਲਾ ਅਸ਼ਟਪਦੀਆ। ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤ ਚਿਤ ਤੇ ਆਨੰਦ ਸਰੂਪ ਹੈ। ਜਦ ਸਤਿਗੁਰੂ ਸਾਹਿਬ ਜੀ ਸੰਗਤਾਂ ਨੂੰ ਤਾਰਦੇ ਹੋਏ ਬਿੰਦਰਾਵਨ ਦੇ ਵਿੱਚ ਪਹੁੰਚੇ ਸਨ ਤਾਂ ਸਤਿਗੁਰਾਂ ਨੇ ਉੱਥੇ ਕੀ ਵੇਖਿਆ ਕਿ ਰਾਸ ਮੰਡਲ ਕੀਨੋ ਅਖਾੜਾ, ਰਾਸ ਮੰਡਲ ਦਾ ਅਖਾੜਾ ਲੱਗ ਰਿਹਾ, ਜਿਸ ਵਿੱਚ ਕੋਈ ਕ੍ਰਿਸ਼ਨ ਬਣਿਆ ਹੋਇਆ, ਕੋਈ ਗੋਪੀਆਂ ਤੇ ਗਵਾਲਿਆਂ ਦੇ ਰੂਪ ਦੇ ਵਿੱਚ ਹੋ ਕੇ ਕਾਮ ਵਾਸ਼ਨਾ ਦੀ ਸਹਿਤ ਸਾਰੇ ਹੋ ਰਹੇ ਹਨ। ਉਹਨਾਂ ਦੀ ਐਸੇ ਕਰਮ ਵੇਖਦਿਆਂ ਨਾਟਕ ਧਾਰਮਿਕ ਕਰ ਰਹੇ ਨੇ ਤੇ ਮਨ ਵਿੱਚ ਕਾਮ ਵਾਸ਼ਨਾ ਹਾਵ ਭਾਵ ਕਾਮ ਦੇ ਹਨ। ਸਤਿਗੁਰਾਂ ਨੇ ਉਹਨਾਂ ਵੱਲ ਵੇਖ ਕੇ ਪਾਵਨ ਸ਼ਬਦ ਉਚਾਰੇ ਆ ਕਿ ਵੇਖੋ ਜੀ ਕਲਯੁਗ ਦਾ ਭਿਆਨਕ ਸਮਾਂ ਆ ਗਿਆ ਹੈ। ਸਭ ਲੋਕ ਵਿਗੜੇ ਹੋਏ ਨੇ, ਪੜ੍ਹਾਈ ਵਾਲੇ ਕੀ, ਨਾਟਕਾਂ ਵਾਲੇ ਕੀ। ਤੇ ਇਹ ਪਹਿਲੀ ਉਥਾਨਕਾ ਹੈ। ਦੂਜੀ ਉਥਾਨਕਾ ਇਹ ਵੀ ਮੰਨੀ ਗਈ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਰੂਰ ਸ਼ਹਿਰ ਦੇ ਕੋਲ, ਜਿੱਥੇ ਬਾਹਰਲੇ ਪਾਸੇ 5 ਕਿਲੋਮੀਟਰ ਦੂਰ ਗੁਰਦੁਆਰਾ ਨਾਨਕਿਆਣਾ ਸਾਹਿਬ ਬਣਿਆ ਹੋਇਆ ਹੈ, ਉੱਥੇ ਬਿਰਾਜਮਾਨ ਸਨ। ਉੱਥੇ ਉਜਾੜ ਵਿੱਚ ਸਤਿਗੁਰਾਂ ਦੀ ਪਰਖ ਕਰਨ ਵਾਸਤੇ ਕਲਯੁਗ ਆਇਆ। ਉਸ ਸਮੇਂ ਬੜੀ ਭਾਰੀ ਹਨੇਰੀ ਉੱਠੀ, ਜਿਸ ਨੂੰ ਵੇਖ ਕੇ ਭਾਈ ਮਰਦਾਨਾ ਜੀ ਬੜੇ ਭੈਭੀਤ ਹੋਏ ਅਤੇ ਸਤਿਗੁਰਾਂ ਨੂੰ ਆਖਣ ਲੱਗੇ ਕਿ ਮਹਾਰਾਜ, ਲੱਗਦਾ ਹੈ ਕਿ ਹਨੇਰੀ ਤਾਂ ਮੇਰੀ ਜਾਨ ਲੈਣ ਲਈ ਆਈ ਹੈ। ਸਤਿਗੁਰਾਂ ਨੇ ਕਿਹਾ, ਮਰਦਾਨਿਆ ਡਰ ਨਹੀਂ, ਪਰਮੇਸ਼ਰ ਨੂੰ ਚੇਤੇ ਕਰ। ਹਨੇਰੀ ਦੇ ਭੈ ਕਾਰਨ ਰੱਬ ਰੱਬ ਕਰਦੇ ਮਰਦਾਨੇ ਨੇ ਮੂੰਹ ਲੁਕਾ ਲਿਆ, ਜਿਸ ਤਰ੍ਹਾਂ ਨਿਆਣੇ ਕਰਦੇ ਨੇ। ਅੱਗੋਂ ਮੱਝ ਆਉਂਦੀ ਹੋਵੇ ਤੇ ਮੂੰਹ ਤੇ ਕੱਪੜਾ ਲੈ ਲੈਣਾ, ਬੱਚਿਆਂ ਦਾ ਕੀ ਹੈ। ਤੇ ਇਸ ਤਰੀਕੇ ਨਾਲ ਭਾਈ ਮਰਦਾਨਾ ਸਾਹਿਬ ਨੇ ਮੂੰਹ ਦੇ ਬਸਤਰ ਲੈ ਕੇ ਤੇ ਮੂੰਹ ਲੁਕਾ ਲਿਆ ਵੀ ਖਾਧਾ ਤਾਂ ਮੈਂ ਜਾਣਾ ਹੀ ਹੈ। ਫਿਰ ਬੜਾ ਭਾਰੀ ਬੱਦਲ ਗਰਜਿਆ, ਇੱਕਦਮ ਕੰਬਣ ਲੱਗ ਪਿਆ, ਬਿਜਲੀ ਕੜਕੀ, ਚਾਰ ਸਵੇਰੇ ਹਨੇਰਾ ਹੀ ਹਨੇਰਾ ਛਾ ਗਿਆ। ਫਿਰ ਗੜਿਆਂ ਦੀ ਵਰਖਾ ਹੋਈ, ਪਰ ਹਜੂਰ ਪਾਸ ਕੋਈ ਵੀ ਗੜਾ ਨਾ ਡਿੱਗਿਆ। ਫਿਰ ਕਲਯੁਗ ਆਪਣਾ ਭਿਆਨਕ ਰੂਪ ਧਾਰ ਕੇ ਸਤਿਗੁਰਾਂ ਦੇ ਸਾਹਮਣੇ ਆਇਆ। ਗੁਰੂ ਸਾਹਿਬ ਜੀ ਨੇ ਚੌਗਿਰਦ ਹਮਾਰਾ ਰਾਮ ਕਾਰ ਵਾਹਿਗੁਰੂ ਕਹਿ ਕੇ ਭਾਈ ਬਾਲਾ ਜੀ ਤੋਂ ਕਾਰ ਕਢਵਾ ਲਈ ਸੀ। ਜੋ ਹਨੇਰੀ, ਰੋਡ, ਪੱਥਰ ਸਭ ਉਹਦੇ ਤੋਂ ਬਾਹਰ ਡਿੱਗਦੇ ਸੀ। ਜਦੋਂ ਬਲਾਹ ਆਈ ਸਾਹਮਣੇ, ਸੋਨੇ ਵਰਗਾ ਉਹਦਾ ਸਰੀਰ ਸੀਗਾ। ਇੱਕ ਹੱਥ ਨਾਲ ਉਹਨੇ ਆਪਦੀ ਜ਼ਬਾਨ ਪਕੜੀ ਹੋਈ ਸੀ, ਬਹੁਤ ਲੰਬੀ ਜ਼ਬਾਨ। ਦੂਜੇ ਹੱਥ ਨਾਲ ਸਰੀਰ ਦਾ ਇੰਦਰਾ ਪਕੜਿਆ ਹੋਇਆ ਸੀ, ਮਰਦ ਇੰਦਰਾ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਹਿਲਾਂ ਤਾਂ ਮੈਂ ਗਿਆ ਬਾਅਦ ਚ, ਤੇ ਹੁਣ ਤਾਂ ਇਹ ਬਲਾ ਮੈਨੂੰ ਖਾ ਜਾਏਗੀ, ਹੁਣ ਨਹੀਂ ਮੈਂ ਬਚਦਾ। ਕਿੱਥੇ ਲਿਆ ਕੇ ਮਾਰਨ ਲੱਗੇ ਹੋ। ਇਹਨੇ ਸਤਿਗੁਰਾਂ ਤੇ ਜ਼ੋਰ ਚਲਾਉਣ ਦਾ ਯਤਨ ਕੀਤਾ। ਮਹਾਰਾਜ ਕਹਿੰਦੇ, ਡਰ ਨਾ ਭਾਈ, ਇਹਦਾ ਕੋਈ ਕਲਯੁਗ ਦਾ ਜ਼ੋਰ ਨਾ ਚੱਲਿਆ। ਸਤਿਗੁਰਾਂ ਨੇ ਕਲਯੁਗ ਦਾ ਐਸਾ ਰੂਪ ਦੇਖ ਕੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਪਿਆਰ ਨਾਲ ਸੁਣੋ ਜੀ। ਕੋਈ ਚੰਦ ਚੜ੍ਹੈ ਸੇ ਤਾਰੇ। ਇਹ ਭਾਈ ਉਹੀ ਸਤਿਯੁਗ ਤ੍ਰੇਤਾ ਦੁਆਪਰ ਵਾਲਾ ਹੁਣ ਕਲਯੁਗ ਦੇ ਵਿੱਚ ਚੰਦਰਮਾ ਚੜ੍ਹਦਾ ਪਿਆ ਹੈ। ਚੰਦਰਮਾ ਨਹੀਂ ਬਦਲਿਆ,
ਉਹੀ ਆਕਾਸ਼ ਵਿੱਚ ਤਾਰੇ ਚੜ੍ਹਦੇ ਪਏ ਨੇ ਅਤੇ ਸੋਈ ਦੁਨੀਆਦ ਤਪਤ ਰਹੈ ਉਹੀ ਸੂਰਜ ਤਪ ਰਿਹਾ ਗਰਮਾਇਸ਼ ਕਰ ਰਿਹਾ ਹੈ ਸਾ ਧਰਤੀ ਸੋ ਪੌਣ ਚੁਲਾਰੇ ਉਹੀ ਸਤਜੁਗ ਤ੍ਰੇਤੀ ਦੁਆਪਰ ਵਾਲੀ ਧਰਤੀ ਹੈ ਧਰਤੀ ਵੀ ਨਹੀਂ ਬਦਲੀ ਉਹੀ ਹਵਾ ਦੇ ਬੁੱਲੇ ਨੇ ਫਿਰ ਜੁਗ ਜੀ ਅਖੇਲੇ ਥਾਵ ਕੈਸੇ ਕਲਯੁਗ ਕਿਵੇਂ ਜਾਣੀਏ ਕਿਵੇਂ ਆਇਆ ਤਾਂ ਗੁਰੂ ਸਾਹਿਬ ਆਪ ਉੱਤਰ ਦਿੰਦੇ ਨੇ ਜੁਗ ਜੀ ਖੇਲੇ ਜੁਗ ਕਲਯੁਗ ਜੀਵਾਂ ਦੇ ਹਿਰਦਿਆਂ 'ਚ ਖੇਲਦਾ ਪਿਆ ਹੈ ਹੋਰ ਤਾਂ ਕਿਸ ਪ੍ਰਕਾਰ ਦਸੀਏ ਮਤਲਬ ਇਹਨੇ ਸਾਡੇ ਮਨਾਂ ਦੇ ਅੰਦਰ ਵੜ ਕੇ ਸਾਡੇ ਸੁਭਾਅ ਬਦਲ ਦਿੱਤੇ ਸੁਭਾਅ ਚੇਂਜ ਕਰ ਦਿੱਤੇ ਨੇ ਬੰਦੇ ਨੂੰ ਵਿਗਾੜ ਦਿੱਤਾ ਹੈ ਬੰਦਾ ਤਾਂ ਭਗਵਾਨ ਨੇ ਭਗਵਾਨ ਦਾ ਰੂਪ ਬਣਾਇਆ ਸੀ ਆਪ ਦਾ ਰੂਪ ਹੀ ਖਾਲਸਾ ਮੇਰਾ ਰੂਪ ਹੈ ਖਾਸ ਪਰ ਇਹ ਰਾਵਣ ਦੀ ਤਰ੍ਹਾਂ ਉਦੋਂ ਤਾਂ ਇੱਕ ਰਾਵਣ ਸੀਗਾ ਉਹਨੂੰ ਤਾਂ ਮਾਰ ਕੇ ਖਹਿੜਾ ਛੁੱਟ ਗਿਆ ਹੁਣ ਘਰੋਂ ਘਰ ਰਾਵਣ ਨੇ ਕੋਈ ਇੱਜ਼ਤ ਪਾਤੀ ਨਹੀਂ ਕਿਸੇ ਦੀ ਆਪਦੀ ਤਾਂ ਕੀ ਹੈ ਦੂਜੇ ਦੀ ਵੀ ਖੇਹ ਖਰਾਬ ਕਰ ਦਿਓ ਘਰੋਂ ਘਰ ਰਾਵਣ ਨੇ ਕੋਈ ਨਹੀਂ ਇਹਨਾਂ ਨੂੰ ਸਾੜਦਾ ਤੋ ਇੰਜ ਜੋ ਸਾਡੇ ਹਿਰਦਿਆਂ ਦੇ ਵਿੱਚ ਖੇਡ ਰਿਹਾ ਇਹੀ ਕਲਯੁਗ ਭਾਵ ਸਭ ਥਾਵਾਂ ਦੇ ਵਿੱਚ ਹੈ ਜਾਂ ਇਸੇ ਪ੍ਰਕਾਰ ਸਾ ਧਰਤ ਸੋਈ ਚੰਦ ਚੜ੍ਹੈ ਸੇ ਤਾਰੇ ਉਹ ਵੈਰਾਗ ਰੂਪੀ ਚੰਦਰਮਾ ਗੁਰਮੁਖਾਂ ਜਨਾਂ ਦੇ ਅੰਦਰ ਚੜਿਆ ਹੋਇਆ ਹੈ ਉਹੀ ਸ਼ੁਭ ਗੁਣਾ ਰੂਪੀ ਤਾਰੇ ਨੇ ਉਹੀ ਅਗਿਆਨ ਰੂਪ ਸੂਰਜ ਤਪ ਰਿਹਾ ਹੈ ਸੋਈ ਦਿਨੀਅਰ ਤਪਤ ਰਹੈ ਅਗਿਆਨ ਰੂਪੀ ਸੂਰਜ ਸਾਰਿਆਂ ਦੇ ਹਿਰਦਿਆਂ ਵਿੱਚ ਤਪ ਰਿਹਾ ਹੈ ਸਾ ਧਰਤੀ ਉਹੀ ਬੁੱਧੀ ਰੂਪ ਧਰਤੀ ਹੈ ਸੋ ਪੌਣ ਚੁਲਾਰੇ ਉਹੀ ਗੁਰਮੁਖ ਜਨਾਂ ਦੇ ਦੁਨੀਆ ਅੰਦਰ ਇਸ ਕਲਯੁਗ ਦੇ ਸਮੇਂ ਵਿੱਚ ਜਸ ਰੂਪ ਹਵਾ ਦੇ ਬੁੱਲੇ ਵਰਸ ਵਗਦੇ ਹਨ ਜੁਗ ਜੀ ਅਖੇਲੇ ਥਾਵ ਕੈਸੇ ਪਰੰਤੂ ਕਲਯੁਗੀ ਜੀਵਾਂ ਦੇ ਹਿਰਦੇ ਵਿੱਚ ਵਿਕਾਰ ਖੇਡ ਰਹੇ ਨੇ ਭਾਵੇਂ ਰੁਪਈਆ ਜੇਬ 'ਚ ਨਾ ਹੋਏ ਝੁੱਗੀਆਂ ਝੌਂਪੜੀਆਂ 'ਚ ਵੀ ਵਿਕਾਰ ਗੱਜਦਾ ਡਿਸ਼ਾਂ ਉੱਥੇ ਵੀ ਲੱਗੀਆਂ ਹੋਈਆਂ ਨੇ ਪਤਾ ਨਹੀਂ ਕਨੈਕਸ਼ਨ ਕੌਣ ਦੇ ਦਿੰਦਾ ਉਹਨਾਂ ਨਕੰਮਿਆਂ ਨੂੰ ਕੋਈ ਬਿਜਲੀ ਦਾ ਕੋਈ ਮੀਟਰ ਨਹੀਂ ਕੋਈ ਤਾਰ ਨਹੀਂ ਡਿਸ਼ਾਂ ਉੱਥੇ ਵੀ ਨੇ ਡਮ ਡਮ ਠਾ ਠਾ ਹੋ ਰਹੀ ਖਾਣ ਨੂੰ ਰੋਟੀ ਨਹੀਂ ਤੇ ਮੋਬਾਈਲ ਜ਼ਰੂਰ ਹੈ ਕੰਨ ਦੇ ਨਾਲ ਉਹ ਭਾਵੇਂ ਵਿੱਚ ਵੱਜ ਜਾਏ ਕਿਸੇ ਦੇ ਇਉਂ ਕਲਯੁਗ ਦਾ ਪ੍ਰਭਾਵ ਹੈ ਹਰੇਕ ਦੇ ਮਨ ਦੇ ਉੱਪਰ ਵਿਕਾਰੀ ਜੀਵ ਸਰੂਪ ਥਾਂ ਨੂੰ ਦੱਸੋ ਕਿਵੇਂ ਪਾ ਸਕਣਗੇ ਜੀਵਨ ਤਲਬ ਨਿਵਾਦ ਨਹੀਂ ਪਾ ਸਕਦੇ हे ਭਾਈ ਜ਼ਿੰਦਗੀ ਦੇਣ ਵਾਲੇ ਪਰਮੇਸ਼ਰ ਜਾਂ ਚੇਤਨ ਸਰੂਪ ਦੀ ਪ੍ਰਾਪਤੀ ਰੂਪ ਇੱਛਾ ਕਲਯੁਗੀ ਜੀਵਾਂ ਨੇ ਅੰਦਰੋਂ ਉੱਕਾ ਹੀ ਨਿਮਰਤ ਕਰ ਦਿੱਤੀ ਹੈ ਇਸੇ ਪ੍ਰਕਾਰ ਜੀਵਨ ਤਲਬ ਨਿਵਾਰ हे ਭਾਈ ਕਲਯੁਗ ਦੇ ਸਮੇਂ ਵਿੱਚ ਜੀਵਨ ਦੀ ਇੱਛਾ ਨੂੰ ਅੰਦਰੋਂ ਨਿਵਰਤ ਕਰ ਦੇਣਾ ਕਰੋ ਇਸੇ ਪ੍ਰਕਾਰ ਜੀਵਨ ਤਲਬ ਨਿਵਾਰ ਜੀਵਾਂ ਨੇ ਪਰਮੇਸ਼ਰ ਦਾ ਭਜਨ ਕਰਨਾ ਛੱਡ ਦਿੱਤਾ ਹੋਰ ਸਾਥੋਂ ਜੋ ਮਰਜ਼ੀ ਕਰਾ ਲਓ ਪਰ ਪਾਠ ਨਹੀਂ ਜੇ ਹੁੰਦਾ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਜੇ ਤੁਸੀਂ ਮੈਨੂੰ ਪੁੱਛੋਗੇ ਕਿ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਕਿਹੜਾ ਹੈ ਤੇ ਮੈਂ ਤੁਹਾਨੂੰ ਇਹਦਾ ਉੱਤਰ ਇਹ ਦੇਵਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਪਾਵਨ ਸਰੂਪ ਤੋਂ ਐਨ ਵਧੀਆ ਤਰੀਕੇ ਨਾਲ ਚੌਂਕੜਾ ਮਾਰ ਕੇ ਉੱਚੀ ਬੋਲ ਕੇ ਸੁਣਾਉਣਾ ਤੇ ਇਕਾਗਰਤਾ ਦੇ ਨਾਲ ਸ੍ਰੀ ਸਹਿਜ ਪਾਠ ਕਰਨਾ ਬੜਾ ਔਖਾ ਜੀ ਦੁਨੀਆ ਦੇ ਵਿੱਚ ਸਾਰੇ ਹੀ ਕੰਮ ਸੌਖੇ ਨੇ ਪਰ ਸਹਿਜ ਪਾਠ ਜਿਤਨਾ ਕਠਿਨ ਹੋਰ ਦੁਨੀਆ 'ਚ ਕੋਈ ਕੰਮ ਨਹੀਂ ਹੈ ਸੁਖਮਨੀ ਸਾਹਿਬ ਪੜ੍ਹਨਾ ਬੜਾ ਔਖਾ ਜੀ ਤੋ ਉਹ ਕਈ ਵੱਡਿਆਂ ਰੂਹ ਨਹੀਂ ਕਰਦਾ ਉਹ ਭਾਵੇਂ ਸਾਰੇ ਚੰਡੀਗੜ੍ਹ 'ਚ ਜਿਹੜੇ ਮਰਜ਼ੀ ਕੰਮ ਸਾਥੋਂ ਕਰਾ ਲਓ ਜਿੱਥੇ ਮਰਜ਼ੀ ਘੁੰਮਣ ਫਿਰਨ ਦਾ ਤੇ ਅੱਡੀ ਪੁੰਜੇ ਨਹੀਂ ਲੱਗੂ ਸਾਰੀ ਦਿਹਾੜੀ ਬੈਠਾਂਗੇ ਨੇ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਹੋਰ ਜੋ ਮਰਜ਼ੀ ਕਰਾ ਲਓ ਪਰ ਭਜਨ ਨਹੀਂ ਜੇ ਆਪਾਂ ਕਰ ਸਕਦੇ ਸਭ ਤੋਂ ਔਖਾ ਹੈ ਸੇਵਾ ਨਹੀਂ ਜੇ ਸਾਥੋਂ ਹੁੰਦੀ ਸਾਡਾ ਮਨ ਚੋਰ ਦੀ ਤਰ੍ਹਾਂ
ਤੇ ਅਸੀਂ ਮਨ ਚ ਰੋਂਦੇ ਹਾਂ ਸੇਵਾ ਵੱਲੋਂ, ਸਿਮਰਨ ਵੱਲੋਂ, ਕਿ ਸਮਾਂ ਲੰਘ ਹੀ ਜਾਏ ਤਾਂ ਚੰਗਾ। ਖੁਦ ਆਪਦੇ ਆਪ ਨੂੰ ਹੀ ਧੋਖਾ ਦੇ ਰਹੇ ਹਾਂ। ਅੱਜ ਕਰਾਂਗੇ, ਭਲਕੇ ਕਰਾਂਗੇ, ਪਰਸੋਂ ਕਰਾਂਗੇ, ਇਉਂ ਅੱਜ ਕੱਲ੍ਹ ਕਰਦੇ ਹਾਂ। ਕਾਲ ਵਿਆਪਿਆ, ਫਿਰ ਕਦੀ ਵਾਰੀ ਕੋਈ ਬਿਮਾਰੀ ਆ ਗਈ, ਕੋਈ ਸਰੀਰ ਦੀ, ਕੋਈ ਪਰਿਵਾਰ ਦੀ ਪ੍ਰੋਬਲਮ ਪੈ ਗਈ, ਇਸ ਤਰ੍ਹਾਂ ਬਹਾਨਾ ਆਪਾਂ ਘੜੀ ਜਾਂਦੇ ਹਾਂ। ਤੋ ਇਸ ਤਰ੍ਹਾਂ ਸਮਾਂ ਗੁਜ਼ਰਦਾ ਜਾ ਰਿਹਾ ਹੈ। ਚੰਗੇ ਪਾਸੇ ਜਾਣ ਵਾਲਾ ਜੀਵਨ ਆਪਾਂ ਨਿਵਰਤ ਹੀ ਕਰ ਦਿੱਤਾ ਭਾਈ। ਇਹਨੂੰ ਹੀ ਤਾਂ ਕਲਯੁਗ ਕਹਿੰਦੇ ਨੇ। ਹੋਰ ਕੋਈ ਕਲਯੁਗ ਇਹ ਨਹੀਂ ਉਹਦੇ ਸਿਰ ਤੇ ਸਿੰਘ ਨੇ ਤੇ ਜਾਂ ਕੋਈ ਹੋਰ ਤਰੀਕੇ ਨਾਲ ਹੈ। ਉਸੇ ਤਰ੍ਹਾਂ ਹੀ ਧਰਤੀ, ਉਸੇ ਤਰ੍ਹਾਂ ਸੂਰਜ, ਉਸੇ ਤਰ੍ਹਾਂ ਹੀ ਚੰਦਰਮਾ, ਤੇ ਜਿਹੜਾ ਮੌਸਮ ਵੀ ਉਸੇ ਤਰ੍ਹਾਂ, ਸਭ ਕੁਝ ਵੈਸੇ ਹੀ ਹੈ ਜੋ ਪਹਿਲਾਂ ਦਾ ਸੀਗਾ। ਸਿਰਫ ਸਾਡੇ ਸੁਭਾਅ ਚੇਂਜ ਹੋ ਗਏ ਨੇ। ਸਤਿਯੁਗ ਦੇ ਬੰਦੇ ਧਰਮੀ ਹੁੰਦੇ ਸੀਗੇ, ਭਜਨ ਕਰਦੇ ਹੁੰਦੇ ਸੀਗੇ। ਸਾਥੋਂ ਭਜਨ ਨਹੀਂ ਜੇ ਹੁੰਦਾ। ਪਰਵਾਣਾ ਕਰਹਿ ਤਿੰਘਾਣਾ। ਜੋ ਧੱਕੇ ਬਾਜ਼ੀ ਕਰ ਰਹੇ ਆ, ਜ਼ੋਰੋ ਜਬਰੀ ਕਰ ਰਹੇ ਆ, ਆ ਵੇਖ ਲਓ ਆਪਦੀਆਂ ਵੀ ਬਣਾਈਆਂ ਸਰਕਾਰਾਂ, ਝੂਠ ਬੋਲ ਕੇ ਕੁਰਸੀ ਤੇ ਬਹਿ ਕੇ ਹੁਣ ਉਹਨਾਂ ਲੋਕਾਂ ਦੀ ਗੱਲ 'ਚ ਵੋਟ ਦੇ ਰਹੇ। ਇਹੀ ਤਾਂ ਕਲਯੁਗ ਹੈ। ਹੁਣ ਜਿਹੜੀ ਚੀਜ਼ ਆਪਾਂ ਕਹਿੰਦੇ ਆਪਾਂ ਨਹੀਂ ਲੈਣੀ, ਬਦੋ ਬਦੀ ਅਗਲੇ ਦੇ ਗਲ ਪਾਉਣੀ ਕਿ ਤੈਨੂੰ ਲੈਣੀ ਪੈਣੀ ਹੈ। ਤੋ ਇਹ ਧਿੰਗਾਣਾ, ਜ਼ੋਰੋ ਜਬਰੀ, ਧੱਕੇਬਾਜ਼ੀ ਕਰਦਾ ਪਿਆ ਹੈ ਜਿਹੜਾ ਸੰਸਾਰ ਆਪਦੀ ਹਕੂਮਤ ਦੇ ਨਸ਼ੇ ਵਿੱਚ। ਇਹ ਜ਼ਬਰਦਸਤੀ ਕਰਦਾ ਪਿਆ। ਇਹ ਨਹੀਂ ਵੀ ਮੋਦੀ ਕਰਦਾ, ਕੋਈ ਹੋਰ ਵੀ ਅੱਜ ਉਹ ਵੀ ਇਸੇ ਤਰ੍ਹਾਂ ਕਰੂਗਾ। ਪਹਿਲੇ ਵੀ ਇਸ ਤਰ੍ਹਾਂ ਦੇ ਹੀ ਸੀਗੇ। ਆ ਜਿਹੜੇ ਰੌਲਾ ਪਾਉਂਦੇ ਪਾਰਟੀਆਂ ਬੋਲੀਆਂ ਵਾਲੇ, ਇਹ ਕਿਹੜਾ ਭਲੀ ਗੁਜ਼ਾਰਦੇ। ਆਪਾਂ ਆਪਣੇ ਟਾਈਮ ਦੇ ਦੇਖੋ ਦਰਬਾਰ ਸਾਹਿਬ ਢਾਤਾ, ਉਹ ਚੰਗਾ ਕੰਮ ਥੋੜ੍ਹਾ ਸੀਗਾ। ਜਿਹਦਾ ਜ਼ੋਰ ਚੱਲਦਾ ਉਹ ਚਲਾਉਂਦਾ ਹੈ। ਪਹਿਲਾਂ ਮੁਸਲਮਾਨ ਵੇਖੋ ਕਿੰਨਾ ਖੱਲਰ ਮਚਾ ਕੇ ਗਏ, ਫਿਰ ਗੋਰਿਆਂ ਨਹੀਂ ਭਲੀ ਗੁਜ਼ਾਰੀ। ਤੋ ਜਿਹਦਾ ਜ਼ੋਰ ਚੱਲਦਾ ਚਲਾਉਂਦਾ। ਕਲਯੁਗ ਦਾ ਭਿਆਨਕ ਸਮਾਂ, ਕੁਰਸੀ ਦਾ ਨਸ਼ਾ ਹੀ ਇਸ ਤਰ੍ਹਾਂ ਦਾ, ਜਿਹਨੂੰ ਮਰਜ਼ੀ ਬਿਠਾ ਦੇ ਉਹਦਾ ਦਿਮਾਗ ਭੌਂ ਜਾਂਦਾ ਹੈ। ਤੇ ਇਸ ਲਈ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਹੈ। ਇਹ ਬੁਰਾ ਟਾਈਮ ਹੈ। ਇਸ ਲਈ ਆਪਦੇ ਅੰਦਰ ਵੜ ਕੇ ਮਾਲਾ ਫੇਰੋ, ਜੋ ਹੁੰਦਾ ਚੰਗਾ ਕੰਮ ਕਰੋ। ਕਾਲ ਲਖਣ ਵਿਚਾਰ। ਆ ਚੌਂਕਾਂ 'ਚ ਖੜ ਕੇ ਫਲਾਣਾ ਮਰ ਗਿਆ, ਫਲਾਣੇ ਦਾ ਸਿਆਪਾ, ਇਸ ਤਰ੍ਹਾਂ ਇਹਦੇ ਨਾਲ ਥੋੜ੍ਹਾ ਕੁਛ ਹੋਣਾ। ਇਹ ਤਾਂ ਐਵੇਂ ਆਪਦੀ ਸਿਰ ਖਪਾਈ ਹੈ, ਟਾਈਮ ਦੀ ਹਰਜਾ ਖਰਚੀ ਹੈ। ਉਹਨਾਂ ਦੇ ਸਿਰ ਦੀ ਤਾਂ ਜੂੰ ਨਹੀਂ ਸਰ ਕਰੇ। ਤੋ ਆਪਦਾ ਬੰਦਾ ਕੋਈ ਭਜਨ ਕਰੇ, ਕੋਈ ਕੰਮ ਕਰੇ, ਤੇ ਕੋਈ ਧਰਮ ਦੀ ਕਮਾਈ, ਕੋਈ ਸੇਵਾ, ਕੋਈ ਸਿਮਰਨ। ਮੇਰੇ ਖਿਆਲ ਮੁਤਾਬਕ ਇਹਦੇ ਨਾਲ ਰੌਲੇ ਰਾਲੇ ਨਾਲ ਕੱਖ ਵੀ ਬਣਨਾ ਹੁੰਦਾ ਤਾਂ ਬਣ ਜਾਣਾ ਸੀਗਾ। ਤੇ ਇਸ ਲਈ ਇਹ ਕਲਯੁਗ ਦਾ ਸਮਾਂ ਹੈ। ਇਹਦੇ ਵਿੱਚ ਬੜਾ ਔਖਾ ਹੈ ਰਹਿਣਾ। ਕੋਈ ਵੀ ਪ੍ਰਮਾਣਿਤ ਮੁਖੀ ਹੁੰਦਾ ਉਹ ਇਸੇ ਤਰ੍ਹਾਂ ਹੀ ਕਮਲਾ ਹੋ ਜਾਂਦਾ। ਇਹ ਕਲਯੁਗ ਦੇ ਲੱਛਣ ਵਿਚਾਰ ਨਾ ਕਰੋ। ਇਹ ਝਗੜੇ ਵਾਲੇ ਲੱਛਣ ਨੇ। ਬਦੋ ਬਦੀ ਤੁਸੀਂ ਕਹੋਗੇ ਵੀ ਸ਼ਾਂਤੀ 'ਚ ਰਹਿਣਾ, ਤੁਹਾਡੇ ਗਲ ਅਗਲਾ ਆ ਕੇ ਝਗੜਾ ਪਾ ਦੇਊਗਾ। ਕੋਈ ਨਾ ਕੋਈ ਸ਼ਰਾਰਤ ਇਹੋ ਜਿਹੀ ਕਰੂਗਾ ਕਿ ਦੁਨੀਆ ਲੜਦੀ ਰਹੇ, ਮਰਦੀ ਰਹੇ, ਤੇ ਬਾਂਦਰ ਸਾਹਿਬ ਪ੍ਰਧਾਨ ਬਣੇ ਰਹਿਣ। ਇਸ ਤਰੀਕੇ ਨਾਲ ਇਹ ਲੋਕਾਂ ਦੀ ਚਾਹਨਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਇਹੀ ਕਲਯੁਗ ਹੈ। ਤਾ ਦੇਸ ਨਾ ਆਇਆ ਸੁਣੀਐ। ਇਹ ਜਿਹੜਾ ਕਲਯੁਗ ਹੈ ਕਿਸੇ ਇੱਕ ਦੇਸ਼ 'ਚ ਆਇਆ ਹੋਇਆ ਨਹੀਂ ਸੁਣੀਦਾ। ਘਰੋਂ ਘਰ ਇਹੀ ਲੜਾਈ ਹੈ। ਜਿੱਥੇ ਮਰਜ਼ੀ ਚਲੇ ਜਾਓ, ਸਭ ਜਗ੍ਹਾ ਤੇ ਮੁਜ਼ਾਹਰੇ ਹੋ ਰਹੇ, ਸਭ ਦੁਨੀਆ ਔਖੀ ਹੋਈ ਪਈ ਹੈ। ਤੇ ਇੱਕ ਦੇਸ਼ ਦੀ ਗੱਲ ਨਹੀਂ ਹੈ। ਤੀਰਥ ਪਾਸ ਨਾ ਬੈਠਾ। ਨਾ ਹੀ ਕਿਸੇ ਤੀਰਥ ਦੇ ਕੋਲ ਬੈਠਾ ਸੁਣਿਆ ਜਾਂਦਾ ਹੈ, ਤੇ ਨਾ ਹੀ ਆਪਣੀ ਪੂਜਾ ਕਰਾਉਣ ਵਾਸਤੇ ਕਿਸੇ ਤੀਰਥ ਦੇ ਕੋਲ ਬੈਠਾ, ਨਾ ਕਿਸੇ ਇੱਕ ਦੇਸ਼ ਵਿੱਚ ਆਇਆ ਹੈ। ਲੋਕਾਂ ਦੇ ਮਨਾਂ ਵਿੱਚ ਵੜਿਆ ਹੋਇਆ ਹੈ। ਦਾਤਾ ਦਾਨ ਕਰੇ ਤਹ ਨਾਹੀ। ਜਿੱਥੇ ਕੋਈ ਦਾਤਾ ਬਣ ਕੇ ਦਾਨ ਕਰਦਾ ਹੈ ਉੱਥੇ ਵੀ ਇਹ ਨਹੀਂ ਬੈਠਦਾ। ਮਹਿਲ ਉਸਾਰ ਨਾ ਬੈਠਾ। ਇਹ ਕਿਸੇ ਥਾਂ ਤੇ ਸੁੰਦਰ ਮਹੱਲ ਉਸਾਰ ਕੇ ਵੀ ਨਹੀਂ ਬੈਠਾ ਹੋਇਆ ਕਿ ਆਪਾਂ ਇਹਨੂੰ ਧੌਣੋਂ ਫੜ ਕੇ ਸਮੁੰਦਰ 'ਚ ਸੁੱਟ ਦਈਏ। ਜੇ ਕੋ ਸਤ ਕਰੇ ਸੋ ਛਿਜੈ। ਕਲਯੁਗ ਦੀਆਂ ਨਿਸ਼ਾਨੀਆਂ ਦੇ ਲੱਛਣ ਨੇ ਕਿ ਜੇ ਕੋਈ ਬੰਦਾ ਸੱਚ ਬੋਲਣਾ ਚਾਹਵੇ ਵੀ
ਤੁਹਾਨੂੰ ਕਹਿੰਦੇ ਉਹ ਨੌਕਰ ਚੁੱਪ ਕਰਕੇ ਬੈਠਾ ਰਹੋ, ਨਹੀਂ ਤਾਂ ਪੱਤੇ ਕੱਟ ਕੇ ਤੈਨੂੰ ਘਰ ਭੇਜ ਦਿਆਂਗੇ। ਕੋਈ ਨੌਕਰੀ ਨਹੀਂ ਕਰ ਸਕਦਾ, ਕਿਤੇ ਰਹਿ ਨਹੀਂ ਸਕਦਾ ਹੈ, ਝੂਠ ਦਾ ਬੋਲ ਵਾਲਾ ਹੈ। ਕੋਈ ਵੀ ਸੱਚ ਬੋਲਣਾ ਕਰਦਾ ਹੈ ਸੋ ਸ਼ੀਜੈ, ਉਹਦਾ ਉਹ ਸੱਚ ਬੋਲਣ ਦਾ ਜਿਹੜਾ ਪ੍ਰਣ ਹੈ ਉਹ ਨਾਸ਼ ਹੋ ਜਾਂਦਾ ਹੈ, ਜਾਂ ਤਾਂ ਬਦਲੀ ਕਰ ਦਿੰਦੇ ਨੇ। ਅਫਸਰਸ਼ਾਹੀ ਨਾਲ ਮਿਲ ਕੇ ਨਾ ਚੱਲੋ, ਝੂਠ ਨਾ ਬੋਲੋ ਤੇ ਬੇਈਮਾਨੀ ਨਾ ਕਰੋ। ਹੇਠਾਂ ਤੋਂ ਲੈ ਕੇ ਉੱਪਰ ਤੱਕ ਰਿਸ਼ਵਤ ਤਾਂ ਹੀ ਜਾਊਗੀ ਜੇ ਸਾਰੇ ਇੱਕ ਜੈਸੇ ਹੋਣਗੇ। ਤੇ ਜੇ ਇੱਕ ਕਹੂ ਮੈਂ ਸੱਚ ਦੇ ਚੱਲਣਾ, ਉਹਨੂੰ ਕਹਿੰਦੇ ਤੂੰ ਡਿਸਮੇ ਸਾਹਿਬ ਦੇ ਘਰ ਨੂੰ ਜਾ ਬਈ। ਤਾਂ ਇਸ ਤਰ੍ਹਾਂ ਉਹ ਵੀ ਚੰਗਾ ਭਲਾ ਬੰਦਾ ਵੀ ਝੂਠ ਬੋਲਣ ਲੱਗ ਪੈਂਦਾ ਹੈ। ਜੇ ਕੋਈ ਜੀਵਨ ਵਾਲਾ ਤਾਂ ਉਹ ਵੀ ਵਿਗੜ ਜਾਂਦਾ ਹੈ, ਉਹਦੇ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੈ। ਤਪ ਘਰ ਤਪ ਨਾ ਹੋਈ। ਤਪਸਵੀ ਪੁਰਖਾਂ ਦੇ ਘਰ ਵਿੱਚ ਤਪੱਸਿਆ ਹੋਣੀ ਚਾਹੀਦੀ ਸੀ, ਉੱਥੇ ਤਪੱਸਿਆ ਹੋ ਹੀ ਨਹੀਂ ਰਹੀ। ਮਤਲਬ ਜਿਹੜੇ ਧਾਰਮਿਕ ਬੰਦੇ ਨੇ ਉਹਨਾਂ ਦੇ ਜਿਹੜੇ ਧਿਆਨ ਨੇ ਉਹ ਗਲਤ ਪਾਸੇ ਲੱਗੇ ਹੋਏ ਨੇ। ਸਗੋਂ ਘਰਾਂ ਦੇ ਵਿੱਚ ਲੋਕਾਂ ਨੇ ਪੂਜਾ ਘਰ ਬਣਾਏ ਹੋਏ ਨੇ ਆਪਦੇ ਘਰਾਂ 'ਚ, ਛੋਟੇ ਮੋਟੇ, ਜਿਹਦੇ 'ਚ ਬੈਠ ਕੇ ਉਹ ਭਜਨ ਕਰਦੇ ਨੇ ਵਾਹਿਗੁਰੂ ਵਾਹਿਗੁਰੂ। ਪਰ ਜਿਹੜੇ ਧਰਮੀ ਬੰਦੇ ਨੇ ਧਾਰਮਿਕ ਸਥਾਨਾਂ ਦੇ, ਉਹਨਾਂ ਡਿਸ਼ਾਂ TV ਲਾਇਆ ਹੋਊਗਾ, ਬਸ ਨਿੰਦਿਆ ਚੁਗਲੀ ਈਰਖਾ ਦਵੈਗ ਤੇ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ। ਉੱਥੇ ਸਗੋਂ ਧਰਮ ਹੋਣਾ ਚਾਹੀਦਾ, ਉੱਥੇ ਹੁੰਦਾ ਨਹੀਂ ਹੈ। ਆਮ ਬੰਦਾ ਸਗੋਂ ਤਪ ਕਰ ਰਿਹਾ, ਧਰਮ ਕਮਾ ਰਿਹਾ। ਇਹ ਤਪਸਵੀਆਂ ਦੇ ਘਰ ਤਪੱਸਿਆ ਨਹੀਂ ਹੋ ਰਹੀ। ਕਿਸੇ ਨਾ ਕਿਸੇ ਕਾਰਨ ਜੇ ਕੋਈ ਚਾਹਵੇ ਵੀ ਵਿਘਨ ਪੈ ਜਾਂਦਾ। ਉਹ ਤੁਸੀਂ ਚੰਗੇ ਭਲੇ ਤੁਰੇ ਫਿਰੋਗੇ, ਗੁਟਕਾ ਫੜਦਿਆਂ ਸਾਰੀ ਜਾਂ ਤਾਂ ਨੀਂਦ ਆ ਜਾਊ ਜਾਂ ਸਿਰ ਦਰਦ ਹੋਣ ਲੱਗ ਪਊ, ਜਾਂ ਕੋਈ ਨਾ ਕੋਈ ਕੰਮ ਹੀ ਇਹੋ ਜਿਹਾ ਚੇਤੇ ਆ ਜਾਊ, ਬੰਦਾ ਰੱਖ ਕੇ ਉਹ ਕੰਮ ਕਹਿੰਦੇ ਮੈਂ ਪਹਿਲਾਂ ਕਰ ਲਾਂ। ਤੋ ਇੰਜ ਜੇ ਕੋਈ ਚਲੀਸਾ ਜਾਂ ਕੋਈ ਨਿਯਮ ਰੱਖੋਗੇ, ਕੋਈ ਨਾ ਕੋਈ ਫੋਨ ਹੀ ਆ ਜਾਊ। ਸਾਲ ਭਰ ਕੋਈ ਕੰਮ ਨਹੀਂ ਪਿਆ ਤੇ ਜਦੋਂ ਪਾਠ ਰੱਖ ਲਿਆ ਜਾਂ ਚਲੀਸਾ ਰੱਖ ਲਿਆ, ਆਹ ਕੰਮ ਹੈ ਉਹ ਕੰਮ ਹੈ। ਮਤਲਬ ਕਲਯੁਗ ਇਹੀ ਹੈ, ਉਹਨੇ ਟਿਕ ਕੇ ਨਹੀਂ ਤੁਹਾਨੂੰ ਬੈਠਦਾ, ਤੁਹਾਡੇ ਦਿਮਾਗ ਦੀ ਸਟ੍ਰੈਸ ਬਣਾਈ ਰੱਖਣੀ। ਜਿੱਥੇ ਤੱਕ ਮੈਂ ਸਮਝਿਆ, ਰੱਬ ਹੀ ਕਿਰਪਾ ਕਰੇ। ਚੰਗੇ ਕੰਮ ਨੂੰ ਕਰਕੇ ਤੁਸੀਂ ਵੇਖੋ, ਸੋਚਣ ਤੋਂ ਹੀ ਸਟ੍ਰੈਸ ਬਣ ਜਾਊਗੀ, ਕੋਈ ਨਾ ਕੋਈ ਵਿਘਨ ਪੈ ਜਾਏਗਾ। ਤਪੀ ਪੁਰਖਾਂ ਦੇ ਘਰ ਇਕਾਗਰਤਾ ਰੂਪੀ ਤਪ ਨਹੀਂ ਹੁੰਦਾ ਹੈ, ਮਨ ਭਟਕ ਜਾਂਦਾ ਹੈ। ਜੇ ਕੋ ਨਾਉ ਲਏ ਬਦਨਾਵੀ। ਜੇਕਰ ਕੋਈ ਪੁਰਖ ਪਹਿਲਾਂ ਪਰਮੇਸ਼ਰ ਦਾ ਨਾਮ ਲਵੇ, ਜਪਣਾ ਕਰੇ, ਤਾਂ ਲੋਕ ਉਹਦੀ ਬਦਨਾਮੀ ਕਰਨ ਲੱਗ ਪੈਂਦੇ ਨੇ। ਆ ਵੇਖ ਲਓ, 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਬੰਦਾ ਪੁੱਛੇ ਹੱਜ ਕਰਨਾ ਕੋਈ ਮਾੜਾ ਥੋੜ੍ਹੀ ਹੈ, ਤੂੰ ਹੱਜ ਕਰਨ ਬਾਰੇ ਤੂੰ ਵੀ ਸੋਚ, ਉਹ ਤਾਂ ਚੱਲੀ ਹੈ, ਤੂੰ ਵੀ ਚੱਲ। ਮਤਲਬ ਚੰਗੇ ਬੰਦੇ ਨੂੰ ਤਰਕ ਕਰਨਗੇ, ਆ ਭਾਵੇਂ ਬੁਰਾ ਜੋ ਮਰਜ਼ੀ ਕਰੀ ਜਾਣ, ਉਹਦੇ ਤੇ ਕੋਈ ਤਰਕ ਨਹੀਂ ਹੈ। ਤੋ ਇਸ ਲਈ ਜਿਹੜਾ ਨਾਮ ਜਪਦਾ ਉਹਦੀ ਬਦਨਾਮੀ ਉਲਟੀ ਨਿੰਦਿਆ ਕਰਨ ਲੱਗ ਪੈਂਦੇ ਨੇ ਲੋਕ। ਇਹੋ ਜਿਹਾ ਪੁੱਠਾ ਦਿਮਾਗ ਹੈ ਦੁਨੀਆ ਦਾ। ਸੋ ਕਿ ਪਹਿਲਾਂ ਇੰਨੇ ਮਾੜੇ ਕਰਮ ਕਰਦਾ ਸੀ, ਹੁਣ ਵਿਹਲੜ ਹੋ ਕੇ ਇਹਨੂੰ ਕੰਮ ਨਹੀਂ ਕੋਈ, ਆਖੇ ਜੀ ਚਲੋ ਗੁਰਦੁਆਰੇ। ਗੁਰਦੁਆਰੇ ਨੂੰ ਵੀ ਲੋਕਾਂ ਮਖੌਲ ਬਣਾਇਆ, ਨਿੰਦਿਆ ਦਾ ਘਰ ਬਣਿਆ ਹੋਇਆ। ਇਉਂ ਕਹਿੰਦੇ ਵੀ ਇਹ ਵਿਹਲਾ ਭਜਨ ਕਰਨ ਲੱਗ ਪਿਆ, ਇਹ ਬਹਾਨਾ ਲੱਗ ਲਿਆ। ਕਲ ਕੇ ਲਖਣ ਇਹੀ ਕਲਯੁਗ ਦੇ ਲੱਛਣ ਜੇ। ਕੋਈ ਸ਼ਰਾਬ ਪੀਏਗਾ, ਬੀੜੀ ਪੀਏਗਾ, ਤਾਸ਼ ਖੇਡੇਗਾ, ਦੁਨੀਆ ਉਹਦੇ ਨਾਲ ਹੱਸੂਗੀ, ਖੇਡੂਗੀ, ਵਾਹ ਜੀ ਵਾਹ ਜੀ ਵਾਹ ਜੀ, ਬੱਲੇ ਬੱਲੇ ਜੀ। ਤੇ ਜੇ ਕੋਈ ਗੁਰੂ ਘਰ ਆਏਗਾ ਜਾਂ ਚੰਗਾ ਕਰਮ ਕਰੇਗਾ, ਉਹਦੀ ਨਿੰਦਿਆ ਹੋਊਗੀ, ਉਹਨੂੰ ਸਾਰੇ ਮਾੜਾ ਕਹਿਣਗੇ, ਇਹਦੀ ਚਾਹ ਨੁਕਸ ਹੈ, ਉਹਦੇ ਨਾਲ ਈਰਖਾ ਕਰਨਗੇ ਤੇ ਉਹਦੇ ਨਾਲ ਵੈਰ ਵਿਰੋਧ ਕਰਨਗੇ, ਉਹਦੇ ਨਾਲ ਝਗੜਾ ਪਾ ਕੇ ਬੈਠ ਜਾਣਗੇ। ਸੰਤਾਂ ਦੀ ਨਿੰਦਿਆ ਵਾਲੀ ਅਸ਼ਟਪਦੀ ਵਿੱਚ ਮਹਾਰਾਜ ਨੇ ਬਿਲਕੁਲ ਸਾਫ਼ ਲਿਖਿਆ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਪਰ ਆਪਾਂ ਸਮਝਦੇ ਨਹੀਂ, ਇਹੀ ਕਲਯੁਗ ਹੈ। ਜਿਸ ਸਿਕਦਾਰੀ ਤਿਸੈ ਖੁਆਰੀ। ਹੈ ਮਹਾਰਾਜ, ਇੰਨਾ ਹੀ ਠਾਣੇਦਾਰ ਬਣਿਆ ਹੋਇਆ ਹੈ, ਇੰਨਾ ਹੀ ਪ੍ਰਭਾਵਸ਼ਾਲੀ ਹੈ ਜੀ, ਸਾਨੂੰ ਤਾਂ ਬੜਾ ਡਰ ਲੱਗ ਰਿਹਾ ਜੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜਿਹਦੀ ਠਾਣੇਦਾਰੀ ਹੁੰਦੀ ਹੈ ਨਾ, ਸਰਦਾਰੀ ਹੈ, ਤੇ ਬੇਇੱਜ਼ਤੀ ਵੀ ਉਸੇ ਬੰਦੇ ਦੀ ਹੁੰਦੀ ਹੈ, ਤੇ ਉਹਨੂੰ ਹੀ ਸ਼ਰੇਆਮ
ਸੋ ਸਾਰਿਆਂ ਦੇ ਵਿੱਚ ਬਦਨਾਮੀ ਕਰਾਉਣੀ ਪੈਂਦੀ ਹੈ ਵੀ ਇਹਨੇ ਵੱਡੀ ਕੁਰਸੀ ਤੇ ਬੈਠ ਕੇ ਆਹ ਬੁਰਾ ਕਰਮ ਕੀਤਾ। ਚਾਕਰ ਕੇ ਡਰਣਾ, ਨੌਕਰ ਨੇ ਕਾਹਦਾ ਡਰਨਾ, ਉਹਨੇ ਤੇ ਕਹਿ ਦੇਣਾ ਵੀ ਮੈਂ ਤਾਂ ਹੁਕਮ ਮੰਨਿਆ ਜੀ, ਮੈਂ ਤਾਂ ਕੁਝ ਨਹੀਂ ਕੀਤਾ ਜੀ। ਜੀਵ ਜੇ ਸਰਦਾਰ ਦੀ ਨੌਕਰੀ ਕਰਨਗੇ, ਕਲਯੁਗ ਦਾ ਟਾਈਮ ਹੈ, ਉਸੇ ਦੀ ਬਦਨਾਮੀ ਕਰਨਗੇ ਤੇ ਆਖਿਆ ਕਰਨਗੇ ਨੌਕਰ ਹੋ ਕੇ ਕਿਸ ਵਾਸਤੇ ਡਰਨਾ। ਐਸਾ ਕਲਯੁਗ ਦੇ ਜੀਵਨ ਦਾ ਸੁਭਾਅ ਹੋ ਜਾਏਗਾ। ਜਾ ਸਿਕਦਾਰੈ ਪਵੈ ਜੰਜੀਰੀ, ਜਿਹੜੀਆਂ ਜੰਜੀਰਾਂ ਨੇ ਥਾਣੇਦਾਰਾਂ ਦੇ ਗਲਾਂ ਵਿੱਚ, ਸਰਦਾਰਾਂ ਨੰਬਰਦਾਰਾਂ ਦੇ ਗਲਾਂ ਦੇ ਵਿੱਚ ਬੇੜੀਆਂ ਪੈਂਦੀਆਂ ਹਨ। ਆ ਚਾਕਰ ਹੱਥੋਂ ਮਰਨਾ, ਤਾਂ ਨੌਕਰ ਦੇ ਹੱਥੋਂ ਹੀ ਉਹਨਾਂ ਦਾ ਮਰਨਾ ਹੁੰਦਾ। ਐਸੀ ਕਲਯੁਗ ਦੇ ਸਮੇਂ ਦੀ ਹਾਲਤ ਵਿਵਸਥਾ ਹੈ। ਇਸੇ ਪ੍ਰਕਾਰ ਜਿਸ ਸਿਕਦਾਰੀ ਤਿਸੈ ਖੁਆਰੀ, ਇਹ ਕਲਯੁਗ ਤੇਰੀ ਭਾਵੇਂ ਹੁਣ ਸਿਕਦਾਰੀ ਸਰਦਾਰੀ ਹੈ ਇਸ ਸਮੇਂ ਦੇ ਵਿੱਚ, ਤੇ ਜਦ ਤੂੰ ਪਰਲੋਕ ਵਿੱਚ ਜਾਏਗਾ ਤਾਂ ਤਿਸ ਭਾਵ ਤੇਰੀ ਖਰਾਬੀ ਹੋਵੇਗੀ। ਚਾਕਰ ਕੇ ਡਰਨਾ, ਅਸੀਂ ਤਾਂ ਪਰਮੇਸ਼ਰ ਦੇ ਨੌਕਰ ਚਾਕਰ ਸੇਵਕ ਹਾਂ, ਇਸ ਲਈ ਅਸੀਂ ਤੇਰੇ ਕੋਲ ਕਾਹਦੇ ਵਾਸਤੇ ਡਰਨਾ। ਭਾਵ ਸਾਨੂੰ ਤੇਰਾ ਕਿਸੇ ਪ੍ਰਕਾਰ ਵੀ ਡਰ ਨਹੀਂ ਹੈ। ਜਾ ਸਿਕਦਾਰੈ ਪਵੈ ਜੰਜੀਰੀ, ਇਹ ਸਰਦਾਰ ਕਹਾਉਣ ਵਾਲੇ ਕਲਯੁਗ ਆ, ਜਦ ਤੇਰੇ ਗਲ ਚ ਅੱਗੇ ਪਰਲੋਕ ਵਿੱਚ ਜੰਜੀਰ ਪਵੇਗੀ ਤਾਂ ਚਾਕਰ ਹੱਥੋਂ ਮਰਨਾ, ਤਾਂ ਸਾਡੇ ਚਾਕਰਾਂ ਦੇ ਹੱਥੋਂ ਹੀ ਤੇਰਾ ਮਰਨਾ ਹੋਵੇਗਾ। ਭਾਵ ਕੋ ਨਿਆਈ ਕਰਨ ਕਾਰਨ ਤੇਰੇ ਕੁੱਟ ਪੈਣੀ ਹੈ। ਆਖ ਗੁਣਾ ਕਾਲ ਆਈਐ, ਫਿਰ ਮਰਦਾਨਾ ਕਹਿਣ ਲੱਗਾ ਮਹਾਰਾਜ ਕਲਯੁਗ ਦੇ ਲੱਛਣ ਹੋਰ ਦੱਸੋ। ਪਾਤਸ਼ਾਹ ਕਹਿੰਦੇ ਹੈ ਭਾਈ, ਇਹ ਅਸੀਂ ਕਲਯੁਗ ਦੇ ਆਉਣ ਦੇ ਗੁਣ ਸੁਭਾਅ ਆਖਣਾ ਕੀਤੇ ਨੇ। ਜਿਵੇਂ ਕਲਪਨਾ ਲੜਾਈ ਦਾ ਸਮਾਂ ਆ ਗਿਆ ਹੈ। ਤਿਹ ਜੁਗ ਕੇਰਾ ਰਹਿਆ ਤਪਾਵਸ, ਸਤਜੁਗ ਤ੍ਰੇਤਾ ਦੁਆਪਰ, ਪਹਿਲਾਂ ਤਿੰਨੇ ਯੁੱਗਾਂ ਦਾ ਨਿਆਂ ਹੁਣ ਰਹਿ ਗਿਆ ਹੈ। ਮਤਲਬ ਕਲਯੁਗ ਵਿੱਚ ਨਹੀਂ ਹੈ। ਭਾਵ ਸਤ ਪ੍ਰਤਗੀ ਹੋਣਾ ਸਤਯੁਗ ਵਿੱਚ, ਯੱਗ ਕਰਨਾ ਤ੍ਰੇਤੇ ਵਿੱਚ, ਦੁਆਪਰ ਚ ਤਪ ਕਰਨਾ ਇਤਿਆਦਿਕ ਕਲਯੁਗ ਵਿੱਚ ਰਹਿ ਗਿਆ ਹੈ। ਗੁਣ ਦੇਹ ਤਾ ਪਾਈਐ, ਜੇਕਰ ਪਰਮੇਸ਼ਰ ਕਿਰਪਾ ਕਰੇ, ਗੁਰਾਂ ਦੁਆਰਾ ਆਪਣੇ ਜਸ ਰੂਪ ਗੁਣ ਗਾਉਣ ਦੀ ਦਾਤ ਦੇਵੇ, ਤਾਂ ਹੀ ਕੇਵਲ ਮੋਖ ਨੂੰ ਪ੍ਰਾਪਤ ਕਰੀਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਲ ਕਲਵਾਲੀ ਸਰਾ ਨਬੇੜੀ, ਇਸ ਕਲਯੁਗ ਦੇ ਸਮੇਂ ਦੀ ਲੜਾਈ ਵਾਲੀ ਕਿਰਿਆ ਹੋ ਰਹੀ ਹੈ। ਜਾਂ ਜਿਵੇਂ ਨੀਲ ਦੀ ਭਰੀ ਕਾਲੀ ਮੱਟੀ ਹੁੰਦੀ, ਤਿਵੇਂ ਕਲਯੁਗ ਦੀ ਕਿਰਿਆ ਇੱਕ ਮੱਟੀ ਬਣੀ ਹੋਈ ਹੈ। ਤੇ ਸਰਾ ਨਬੇੜੀ, ਜੋ ਨਬੇੜਨ ਭਾਵ ਨਿਆਂ ਕਰਨ ਵਾਲਾ ਕਾਜੀ ਹੈ, ਉਹ ਕਾਜੀ ਦਾ ਮਨ ਕਾਜੀ ਕ੍ਰਿਸ਼ਨਾ ਹੋਆ, ਪਰਾਇਆ ਹੱਕ ਖਾਨ ਰੂਪੀ ਕਾਲਾ ਹੋ ਗਿਆ ਹੈ। ਭਾਵ ਵੱਡੀ ਲੈ ਕੇ ਹੱਕ ਗਵਾਏ। ਅੱਜ ਕੱਲ ਤਾਂ ਜੱਜ ਵੀ ਵਿਕੇ ਹੋਏ ਹਨ। ਮਤਲਬ ਵੱਡੀ ਲੈ ਕੇ ਜਿਹਨੇ ਵੱਧ ਪੈਸਾ ਦੇ ਦਿੱਤਾ ਉਹਦੇ ਵੱਲ ਆਪਦੀ ਕਲਮ ਝੁਕਾ ਦੇਣੀ, ਉਹਦੇ ਪਾਸੇ ਨਿਆਂ ਕਰ ਦੇਣਾ। ਇੱਥੇ ਫੈਸਲੇ ਹੁੰਦੇ ਨੇ, ਨਿਆਂ ਨਹੀਂ ਹੁੰਦੇ। ਬਾਣੀ ਬ੍ਰਹਮਾ ਵੇਦ ਅਥਰਵਣ, ਜੋ ਬ੍ਰਹਮਾ ਦੀ ਰਚਿਤ ਬਾਣੀ ਅਥਰਵਣ ਵੇਦ ਵਿੱਚ ਕਰਨੀ ਕੀਰਤ ਲਹਿਆ, ਕੀਰਤਨ ਭਗਤੀ ਦੀ ਮਹਿਮਾ ਕਹੀ ਹੈ। ਉਸ ਕੀਰਤਨ ਭਗਤੀ ਨੂੰ ਕਿਸੇ ਕਿਸੇ ਲੈਣਾ ਕੀਤਾ। ਨਾਰਦ ਮੁਨੀ ਆਦਿਕਾਂ ਨੇ ਇਸੇ ਪ੍ਰਕਾਰ ਬਾਣੀ ਬ੍ਰਹਮਾ ਵੇਦ ਅਥਰਵਣ, ਜੋ ਬ੍ਰਹਮ ਸੰਬੰਧੀ ਬਾਣੀ ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਜੋ ਅਸਹਿ ਭਾਰ ਵਾਲੀ ਬਾਣੀ ਹੈ, ਜਾਂ ਜਿਸ ਬਾਣੀ ਦਾ ਕਿਸੇ ਨੂੰ ਤੇਜ ਪ੍ਰਭਾਵ ਸਹਾਰਿਆ ਨਾ ਜਾਏ, ਜੋ ਗੰਭੀਰਤਾ ਡੂੰਘਾਈ ਵਾਲੀ ਸ਼ਕਤੀ ਵਾਲੀ ਬਾਣੀ ਹੈ। ਕਰਨੀ ਕੀਰਤ ਲਹਿਆ, ਉਹ ਹੈ ਧੁਰ ਕੀ ਬਾਣੀ, ਗੁਰੂਆਂ ਦੀ ਉਚਾਰੀ ਹੋਈ ਗੁਰਬਾਣੀ ਦੁਆਰਾ ਕਿਸੇ ਵਿਰਲੇ ਨੇ ਹੀ ਕੀਰਤਨ ਭਗਤੀ ਨੂੰ ਜਾਣਿਆ ਹੈ। ਲੜਾਈ ਕਰਨ ਨੂੰ ਤਾਂ ਇੱਕ ਮਿੰਟ 'ਚ ਲੜ ਕੇ ਤੁਸੀਂ ਭੱਜ ਜਾਓ ਆਪਦੇ ਘਰ ਨੂੰ, ਕੀਰਤਨ ਕਰਨਾ ਹੀ ਔਖਾ ਹੈ, ਨਿਭਾਉਣੀ ਔਖੀ ਹੈ। ਇਸ ਲਈ ਕਿਸੇ ਵਿਰਲੇ ਨੇ ਹੀ, ਝਗੜਾ ਤਾਂ ਸਾਰਿਆਂ ਨੇ ਜਾਣਿਆ, ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ
ਕਲਯੁਗ ਦੇ ਲੱਛਣ। ਪਰ ਕੀਰਤਨ ਭਗਤੀ ਕਿਸੇ ਬਿਰਲੇ ਨੇ ਜਾਣੀ ਹੈ। ਪਤ ਬਿਨ ਪੂਜਾ ਸਤ ਬਿਨ ਸੰਜਮ, ਪ੍ਰਤਿਸ਼ਠਾ ਤੋਂ ਬਿਨਾ ਪੂਜਾ, ਸੱਚ ਤੋਂ ਬਿਨਾ ਸੰਜਮ ਨਿਜਮ। ਜਾਤ ਬਿਨ ਕਾਹੇ ਜਨੇਊ, ਜਤੀ ਸਤੀ ਇੰਦਰੀਆਂ ਦੇ ਵਸ ਰੱਖੇ ਤੋਂ ਬਿਨਾ ਜਨੇਊ ਜੰਜੂ ਪਹਿਨਿਆ ਜਾਂ ਗਾਤਰਾ ਪਾਇਆ ਕਿਸ ਕੰਮ ਹੈ? ਭਾਵ ਵਿਅਰਥ ਫਜ਼ੂਲ ਹੈ। ਜਤ ਰੱਖੇ ਤੋਂ ਬਗੈਰ ਜਨੇਊ ਕਾਹਦਾ? ਅੰਮ੍ਰਿਤਧਾਰੀ ਸਿੰਘ ਕਾਹਦਾ ਜੇ ਉਹ ਰਹਿਤ ਹੀ ਨਾ ਰੱਖੇ? ਤੋ ਇਹ ਤਾਂ ਸਫਲਾ ਹੈ ਜੇ ਰਹਿਤ ਵਿੱਚ ਰਹੇ। ਆਵਹੋ ਧੋਵਹੋ ਤਿਲਕ ਚੜਾਵਹੋ, ਇਹ ਭਾਈ ਤੁਸੀਂ ਤੀਰਥਾਂ ਦੇ ਜਾ ਕੇ ਨਹਾਉਂਦੇ ਹੋ, ਵਸਤਰਾਂ ਨੂੰ ਧੋਂਦੇ ਹੋ, ਨੇਤੀ ਧੋਤੀ ਕਰਕੇ ਕਰਮ ਕਾਂਡ ਕਰਦੇ ਹੋ, ਆਪਣੇ ਮੱਥੇ ਤੇ ਜਾਂ ਠਾਕੁਰਾਂ ਦੇ ਮੱਥੇ ਤੇ ਤਿਲਕ ਚੜਾਉਂਦੇ ਹੋ। ਸੁਚ ਬਿਨ ਸੋਚ ਨਾ ਹੋਈ, ਪਰ ਪਵਿੱਤਰਤਾ ਧਾਰੇ ਤੋਂ ਬਿਨਾਂ, ਯਾਨੀ ਜੇ ਤੁਹਾਡਾ ਮਨ ਨਹੀਂ ਪਵਿੱਤਰ, ਝੂਠ ਬੋਲਣਾ ਨਹੀਂ ਛੱਡਿਆ, ਕਾਮ ਕ੍ਰੋਧ ਨਹੀਂ ਛੱਡਿਆ, ਇਹ ਤੋਂ ਬਗੈਰ ਬਾਹਰੀ ਪਵਿੱਤਰਤਾ ਪ੍ਰਮਾਣਿਤ ਨਹੀਂ ਹੁੰਦੀ। ਅੰਤःਕਰਨ ਦੀ ਸੁਚਮਤਾ ਤੋਂ ਬਿਨਾਂ, ਅੰਤःਕਰਨ ਨੂੰ ਦਵੈਖ ਦੀ ਮੈਲ ਤੋਂ ਰਹਿਤ ਕੀਤੇ ਬਿਨਾਂ ਪਵਿੱਤਰਤਾ ਨਹੀਂ ਹੋ ਸਕਦੀ। ਭਾਵ ਆਤਮ ਸਰੂਪ ਦੀ ਵਿਚਾਰ ਨਹੀਂ ਹੋ ਸਕਦੀ। ਕਲ ਪਰਵਾਨ ਕਤੇਬ ਕੁਰਾਨ, ਕਲਯੁਗ ਦੇ ਵਿੱਚ ਮੁਸਲਮਾਨਾਂ ਦੀ ਹਕੂਮਤ ਹੋਣ ਕਰਕੇ ਕਤੇਬ ਦੇ ਕੁਰਾਨ ਪ੍ਰਮਾਣਿਤ ਹੋ ਰਹੇ ਹਨ। ਉਠੀ ਪੰਡਤ ਰਹੇ ਪੁਰਾਣ, ਧਾਰਮਿਕ ਪੋਥੀ ਪੁਸਤਕ ਗੀਤਾ ਆਦਿਕ ਤੇ ਪੁਰਾਣਾਂ ਦਾ ਸਿਧਾਂਤ ਜਾਣਨ ਵਾਲੇ ਪੰਡਤ ਵਿਦਵਾਨ ਲੋਕ ਵੀ ਰਹਿ ਚੁੱਕੇ ਨੇ। ਜਾਂ ਪੰਡਤ ਲੋਕ ਧਾਰਮਿਕ ਪੁਸਤਕਾਂ ਪੁਰਾਣਾਂ ਦੀ ਕਥਾ ਕਰਨ ਵੱਲੋਂ ਰਹਿ ਚੁੱਕੇ ਹਨ। ਨਾਨਕ ਨਾਉ ਪਿਆ ਰਹਿ ਮਾੜ, ਪੰਡਤਾਂ ਦੇ ਮੁੰਡੇ ਚੁਲੀ ਤੇਲ ਲੈ ਕੇ ਤੇ ਕੁੱਪੀ ਮੰਗਦੇ ਫਿਰਦੇ, ਰੁਪਈਆ ਮੰਗਦੇ, ਆਖੇ ਜੀ ਸ਼ਨੀ ਦੇਵਤਾ। ਤੋ ਇਉਂ ਬਸ ਗਰਾਈਆਂ ਵੱਲ ਧਿਆਨ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਪਰਮੇਸ਼ਰ ਦਾ ਨਾਮ ਰਹਿਮਾਨ ਹੋ ਗਿਆ ਹੈ। ਪਹਿਲਾਂ ਹਿੰਦੂ ਲੋਕ ਪਰਮੇਸ਼ਰ ਦਾ ਨਾਮ ਰਾਮ ਜਾਂ ਹਰੇ ਲੈਣਾ ਕਰਦੇ ਸੀ, ਉੱਥੇ ਹੁਣ ਰਹਿਮ ਦਿਲ ਵਾਲਾ ਨਾਮ ਹੋ ਗਿਆ। ਭਾਵ ਹਿੰਦੂ ਲੋਕ ਵੇਦਾਂ ਸ਼ਾਸਤਰਾਂ ਸਿਧਾਂਤ ਛੱਡ ਕੇ ਮੁਸਲਮਾਨਾਂ ਦੇ ਮਤ ਅਨੁਸਾਰ ਨਾਮ ਜਪਣ ਲੱਗ ਪਏ ਨੇ। ਹਰ ਕਰਤਾ ਤੂੰ ਏਕੋ ਜਾਣ, ਇਹ ਭਾਈ ਜੋ ਰਚਨਹਾਰ ਪਰਮੇਸ਼ਰ ਹੈ, ਹਿੰਦੂ ਮੁਸਲਮਾਨ ਦੋਹਾਂ ਨੂੰ ਪੈਦਾ ਕਰਨ ਵਾਲਾ, ਤੂੰ ਉਸ ਇੱਕ ਅਦਵੈ ਸਰੂਪ ਪਰਮੇਸ਼ਰ ਨੂੰ ਜਾਣਨਾ ਕਰ। ਜਾਂ ਇਸੇ ਪ੍ਰਕਾਰ ਹਰ ਕਰਤਾ ਤੂੰ ਏਕੋ ਜਾਣ, ਇਹ ਪਰਮੇਸ਼ਰ ਤੂੰ ਹੀ ਹਿੰਦੂਆਂ ਤੇ ਤੂੰ ਹੀ ਮੁਸਲਮਾਨਾਂ ਨੂੰ ਪੈਦਾ ਕਰਨ ਵਾਲਾ, ਇਸ ਕਰਕੇ ਅਸੀਂ ਸਾਰਿਆਂ 'ਚ ਇੱਕ ਤੈਨੂੰ ਹੀ ਜਾਣਨਾ ਕੀਤਾ ਹੈ। ਨਾਨਕ ਨਾਮ ਮਿਲੈ ਵਡਿਆਈ, ਮੁੱਖ ਦੀ ਗੱਲ 100 ਗੱਲਾਂ ਦੀ ਕੋਈ ਗੱਲ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ 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 ਉਚਾਰੋ। ਨਾਮ ਜਪਣ ਕਰਕੇ ਹੀ ਸਾਰੇ ਯੁੱਗਾਂ ਜਾਂ ਕਲਯੁਗ 'ਚ ਸ਼ੋਭਾ ਪ੍ਰਾਪਤ ਹੁੰਦੀ ਹੈ। ਏਦੂ ਉਪਰ ਕਰਮ ਨਹੀਂ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇਹਦੇ ਤੋਂ ਵੱਡਾ ਉੱਚਾ ਹੋਰ ਕੋਈ ਕਰਮ ਨਹੀਂ। ਜੇ ਭਾਵੇਂ 5 ਮਿੰਟ ਹੀ ਜਪੋ, ਪਰ ਜਪੋ ਜ਼ਰੂਰ। ਜੇ ਘਰ ਹੁਦੈ ਮੰਗਣ ਜਾਈਐ, ਜੇ ਸਾਡੇ ਘਰ 'ਚ ਮਾਰ ਨੇ ਸਭ ਕੁਝ ਪਦਾਰਥ ਦਿੱਤਾ ਤੇ ਹੁੰਦਿਆਂ ਸੁਣਦਿਆਂ ਜੇ ਦੂਜੇ ਪਾਸੋਂ ਮੰਗਣ ਲੈਣ ਜਾਈਏ ਤਾਂ ਫਿਰ ਉਲਾਮਾ ਮਿਲੈ ਦਹੀ, ਉਸ ਮੰਗਣ ਵਾਲੇ ਪੁਰਖ ਨੂੰ ਬਹੁਤ ਭਾਰੀ ਉਲਾਂਭਾ ਮਿਲਦਾ ਹੈ। ਭਾਵ ਲੋਕ ਕਹਿੰਦੇ ਤੂੰ ਬੜਾ ਬੇਸ਼ਰਮ ਹੈ, ਤੇਰੇ ਆਪਣੇ ਜੇਬ ਭਰੀ ਹੋਈ ਹੈ, ਤੂੰ ਆਪਦੇ ਪੈਸੇ ਕਢਾ ਕੇ ਵਰਤ, ਆਪਦੀ ਚੀਜ਼ ਤੇਰੀ ਜੰਗਾਲ ਲੱਗਿਆ ਹੋਇਆ, ਉਹਨੂੰ ਕਿਉਂ ਨਹੀਂ ਵਰਤਦਾ ਭਾਈ? ਸਾਡਾ ਦੂਜਿਆਂ ਵੱਲ ਕਿਉਂ ਧਿਆਨ? ਤੇਰੇ ਆਪਣੇ ਘਰ 'ਚ ਪਦਾਰਥ ਮੌਜੂਦ ਹੈ, ਫਿਰ ਤੂੰ ਮੰਗਣ ਵਾਸਤੇ ਕਾਹਦੇ ਲਈ ਆਇਆ? ਇਸੇ ਪ੍ਰਕਾਰ ਫਿਰ ਉਲਾਮਾ
ਜੇ ਘਰ ਹੁੰਦੈ ਮੰਗਣ ਜਾਈਐ ਆਪ ਦਾ ਘਰ ਕਿਹੜਾ? ਸਤ ਸੰਗਤ। ਇਹਦੇ ਚ ਨਾਮ ਰੂਪ ਪਦਾਰਥ ਹੁੰਦੇ ਆ। ਕਿਸੇ ਹੋਰ ਦੇਵੀ ਦੇਵਤਿਆਂ ਕੋਲੋਂ ਮੰਗਣ ਵਾਸਤੇ ਜਾਈਏ ਫਿਰ ਉਹ ਲਾਂਭਾ ਮਿਲੈ ਤਹੀ ਤਾਂ ਫਿਰ ਉਹਨੂੰ ਲਾਹਣ ਦਾ ਰੂਪੀ ਲਾਂਭਾ ਮਿਲਦਾ। ਭਾਵੇਂ ਇਸ ਕਲਯੁਗ ਦੇ ਸਮੇਂ 'ਚ ਨਾਮ ਦੀ ਪੁਖਤਾ ਹੈ ਜੋ ਸਾਡੇ ਪਾਸ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨਾ ਮਰਜ਼ੀ ਪੜ੍ਹੀ ਜਾਓ, ਇਹਨੂੰ ਤਿਆਗ ਕੇ ਜੋ ਯੱਗ ਆਦਿ ਕਰਮ ਕਰਦਾ ਉਹਨੂੰ ਧਰਮ ਰਾਜਾ ਤਾੜਨਾ ਦੇ ਕੇ ਉਹ ਲਾਂਭਾ ਦਿੰਦਾ ਕਿ ਤੂੰ ਨਾਮ ਜਪਣਾ ਛੱਡ ਕੇ, ਬਾਣੀ ਪੜ੍ਹਨੀ ਛੱਡ ਕੇ, ਹੋਰਨਾਂ ਕਰਮ ਕਾਂਡਾਂ 'ਚ ਲਾ ਕੇ, ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ 'ਚ ਲਾ ਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਕਾਹਦੇ ਲਈ ਗਵਾ ਲਿਆ ਭਾਈ? ਕਿਉਂ ਨਹੀਂ ਤੂੰ ਆਪ ਦਾ ਜਨਮ ਸਫਲਾ ਕੀਤਾ? ਕਿਉਂ ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇਹ ਅਸ਼ਟਪਦੀ ਲਮੇਰੀ ਹੋਣ ਕਾਰਨ ਉਹ ਸਮਾਂ ਉੱਪਰ ਚਲਾ ਗਿਆ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਨਾਨਕ ਨਾਮ ਮਿਲੈ ਵਡਿਆਈ ਇਹ ਤੂੰ ਉੱਪਰ ਕਰਮ ਨਹੀਂ, ਘਰ ਹੁੰਦੈ ਮੰਗਣ ਜਾਈਐ ਫਿਰ ਉਲਾਮਾ ਮਿਲੇ ਤਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਰਾਗ ਰਤਨ ਬਰਵਾਨ ਬਰੀਆਂ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ